जो बोले सो निर्भय। भगवान वाल्मीकि महाराज की जय। मेरी ये हो अर्जोई जी, मेरी ये हो अर्जोई जी, ये हो मेरी अरदास गुरु जी, ये हो मेरी अरदास गुरु जी, मेरी ये हो अर्जोई जी, मेरी ये हो अर्जोई जी, ये हो मेरी अरदास गुरु जी, ये हो मेरी अरदास गुरु जी। होर ना कुछ भी मैं लोड़दा, होर ना कुछ भी मैं लोड़दा, रख चरना दे पास गुरु जी, रख चरना दे पास गुरु जी, मेरी ये हो अर्जोई जी, मेरी ये हो अर्जोई जी, ये हो मेरी अरदास गुरु जी, मेरी ये हो अरदास गुरु जी। होर ना कुछ भी मैं लोड़दा, होर ना कुछ भी मैं लोड़दा, रख चरना दे पास गुरु जी, रख चरना दे पास गुरु जी, मेरी ये हो अर्जोई जी। धरती ते जग सारा वसदा, धरती ते जग सारा वसदा, परख लिया पहचान लिया, धरती ते जग सारा वसदा, परख लिया पहचान लिया, सच्चा साथी कोई नहीं थी, सच्चा साथी कोई नहीं थी, गुरु जी हुण मैं जान लिया, गुरु जी हुण मैं जान लिया, दर तेरे ते शीश झुका के, दर तेरे ते शीश झुका के, तर के दिल विच आस गुरु जी, तर के दिल विच आस गुरु जी, मेरी ये हो अर्जोई जी, मेरी ये हो अर्जोई जी। जन्म जन्म मैं तकी खादे, जन्म जन्म मैं तकी खादे, हो के मैं मजबूर गुरु जी, जन्म जन्म मैं तकी खादे, हो के मैं मजबूर गुरु जी, ओ वक्त ना मुड़ के आवे, ओ वक्त ना मुड़ के आवे, जोर के ते
तो दूर गुरु जी, जो रखे ते तो दूर गुरु जी। तोड़ के चक्र 84 वाड़ा, तोड़ के चक्र 84 वाड़ा, मिटा जन्मा वाली प्यास गुरु जी, मिटा जन्मा वाली प्यास गुरु जी। मेरी ये हो अर्ज़ोई जी, मेरी ये हो अर्ज़ोई जी, ये हो मेरी अरदास गुरु जी, मेरी ये हो अरदास गुरु जी। और न कुछ भी मैं लोड़दा, और न कुछ भी मैं लोड़दा, रख चरना दे पास गुरु जी, रख चरना दे पास गुरु जी। मेरी ये हो अर्ज़ोई जी, मेरी ये हो अर्ज़ोई जी। बदल जांदे ने सब इरादे, बदल जांदे ने सब इरादे, बदल जान तकदीर गुरु जी, बदल जांदे ने सब इरादे, बदल जांदे ने सब इरादे, बदल जान तकदीर गुरु जी। तेरी चरनी शीश झुका के, तेरी चरनी शीश झुका के, कुल समेत पीरा गुरु जी, कुल समेत पीरा गुरु जी। तारी मूर्खा करके देख ले, तारी मूर्खा करके देख ले, गुरु दी गल दा क्यास गुरु जी, गुरु दी गल दा क्यास ओ चलिया। गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। ਆਪਾਂ ਭਾਈ ਸਾਹਿਬ ਜੀ ਭਾਈ ਉਮਰ ਕਲਿਆਣ ਜੀ ਪਾਸੋਂ ਸ਼ਬਦ ਸਰਵਣ ਕੀਤਾ। ਮੇਰੀ ਇਹੋ ਅਰਜ਼ੋਈ ਗੁਰੂ ਜੀ, ਇਹੋ ਮੇਰੀ ਅਰਦਾਸ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਉਸ ਨੂੰ ਦੁਨੀਆ ਦੀ ਕੋਈ ਵੀ ਹੋਰ ਵਸਤੂ ਨਹੀਂ ਚਾਹੀਦੀ। ਫਿਰ ਕੀ ਚਾਹੀਦਾ? ਸਿਰਫ ਉਸ ਮਾਲਕ ਦੀ ਓਟ ਕਹਿ ਲਓ, ਉਸ ਮਾਲਕ ਦਾ ਆਸਰਾ ਕਹਿ ਲਓ, ਉਸ ਮਾਲਕ ਦੀ ਪਨਾਹ ਕਹਿ ਲਓ, ਜਾਂ ਫਿਰ ਉਸ ਮਾਲਕ ਦੀ ਸ਼ਰਨ ਕਹਿ ਲਓ। ਇੱਕੋ ਹੀ ਸ਼ਬਦ ਦੇ ਵੱਖਰੇ ਵੱਖਰੇ ਨਾਮ ਆਖੇ ਜਾ ਸਕਦੇ ਹਨ। ਜੇਕਰ ਆਪਾਂ ਖੁੱਲੇ ਦਿਲ ਨਾਲ ਵਿਚਾਰ ਕਰਕੇ ਦੇਖੀਏ ਜਾਂ ਕਿਸੇ ਵੀ ਧਰਮ ਦੀ ਬਾਣੀ ਦੀ ਖੋਜ ਕਰ ਲਈਏ ਤਾਂ ਆਪਾਂ ਨੂੰ ਹਰੇਕ ਧਰਮ ਵਿੱਚ ਸਾਂਝੇ ਅਸੂਲ ਜਾਂ ਸਿਧਾਂਤ ਕੰਮ ਕਰਦੇ ਨਜ਼ਰ ਆਉਣਗੇ। ਜਿਸ ਤਰ੍ਹਾਂ ਹਰੇਕ ਧਰਮ ਦੇ ਅੰਦਰ ਨੇਕੀ ਦੀ ਗੱਲ ਕੀਤੀ ਜਾਂਦੀ ਅਤੇ ਬੁਰਾਈਆਂ ਨੂੰ ਛੱਡਣ ਵਾਸਤੇ ਆਖਿਆ ਜਾਂਦਾ। ਸਚਾਈ ਦਾ ਜ਼ਿਕਰ ਹਰੇਕ ਧਰਮ ਨੇ ਕੀਤਾ। ਆਚਰਣ ਦੀ ਪਵਿੱਤਰਤਾ ਦੀ ਗੱਲ ਕਰ ਲਓ, ਇਸ ਉੱਪਰ ਹਰੇਕ ਧਰਮ ਪਹਿਰਾ ਦੇ ਰਿਹਾ।
ਇਸੇ ਤਰ੍ਹਾਂ ਹੀ ਨਿਮਰਤਾ, ਸਹਿਨਸ਼ੀਲਤਾ, ਖਿਮਾ ਕਰਨਾ ਜਾਂ ਫਿਰ ਕਿਸੇ ਨੂੰ ਮਾਫ ਕਰਨਾ ਦੀ ਗੱਲ ਹਰੇਕ ਧਰਮ ਦੇ ਪਿਲਰ ਜਾਂ ਥੰਮ ਆਖੇ ਜਾ ਸਕਦੇ ਹਨ। ਆਪਾਂ ਬਾਹਰਲੀ ਉਦਾਹਰਣ ਲੈ ਕੇ ਦੇਖ ਸਕਦੇ ਹਾਂ ਕਿ ਜੇਕਰ ਆਪਾਂ ਇੱਕ ਇਮਾਰਤ ਬਣਾਉਣੀ ਹੋਵੇ ਤਾਂ ਕਦੇ ਵੀ ਰੇਤ ਉੱਪਰ ਇੱਟਾਂ ਦੀ ਚਿਣਾਈ ਨਹੀਂ ਕੀਤੀ, ਸਗੋਂ ਕੰਕਰੀਟ ਅਤੇ ਸਰੀਏ ਨੂੰ ਨੀਹਾਂ ਵਿੱਚ ਪਾਇਆ ਜਾਂਦਾ ਤਾਂ ਜੋ ਉਸ ਮਕਾਨ ਨੂੰ ਮਜ਼ਬੂਤ ਬਣਾਇਆ ਜਾ ਸਕੇ। ਸਬਰ ਅਤੇ ਸ਼ੁਕਰ ਵੀ ਹਰੇਕ ਧਰਮ ਦੀ ਬਾਣੀ ਦਾ ਹਿੱਸਾ ਆਖਿਆ ਜਾ ਸਕਦਾ। ਹੱਕ ਹਲਾਲ ਦੀ ਕਮਾਈ ਨੂੰ ਹਰੇਕ ਧਰਮ ਨੇ ਆਪਣੀ ਬਾਣੀ ਵਿੱਚ ਪਹਿਲ ਦਿੱਤੀ। ਮੈਨੂੰ ਇੱਕ ਵਾਰਤਾਲਾਪ ਯਾਦ ਆ ਗਈ ਹੱਕ ਹਲਾਲ ਦੀ ਕਮਾਈ ਬਾਰੇ ਕਿ ਜੇਕਰ ਇਨਸਾਨ ਦੇ ਮਨ ਵਿੱਚ ਵਿਚਾਰ ਵੀ ਦੂਸਰੇ ਦੀ ਕਮਾਈ ਬਾਰੇ ਆ ਗਿਆ ਤਾਂ ਫਿਰ ਇਹ ਇਨਸਾਨ ਪਰਮਾਰਥ ਵਿੱਚ ਸੈਂਕੜੇ ਕੋ ਪਿੱਛੇ ਚਲਾ ਜਾਵੇਗਾ। ਮਹਾਰਾਸ਼ਟਰ ਦੇ ਅੰਦਰ ਇੱਕ ਪੂਰਨ ਮਹਾਤਮਾ ਹੋਏ ਹਨ ਜਿਨ੍ਹਾਂ ਦਾ ਨਾਂ ਸੀ ਸੰਤ ਤੁਕਾਰਾਮ ਜੀ। ਮਾਲਕ ਦੀ ਬੰਦਗੀ ਕਰਨ ਵਾਲੇ ਸਨ। ਪੁਰਾਣੇ ਜ਼ਮਾਨੇ ਵਿੱਚ ਆਪਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਬਾਥ ਜਾਂ ਸ਼ਾਵਰ ਇਸ਼ਨਾਨ ਕਰਨ ਲਈ ਨਹੀਂ ਸਨ ਹੋਇਆ ਕਰਦੇ ਜਿਸ ਤਰ੍ਹਾਂ ਦੇ ਅੱਜ ਹਨ। ਲੋਕ ਇਸ਼ਨਾਨ ਕਰਨ ਲਈ ਨਦੀ ਜਾਂ ਦਰਿਆ ਦੇ ਪਾਣੀ ਨੂੰ ਵਰਤੋਂ ਵਿੱਚ ਲਿਆਇਆ ਕਰਦੇ ਸਨ। ਨੇਮ ਅਨੁਸਾਰ ਇਹ ਵੀ ਹਰ ਰੋਜ਼ ਨਦੀ ਉੱਪਰ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇੱਕ ਦਿਨ ਜਦੋਂ ਇਹ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ ਤਾਂ ਸੰਤ ਤੁਕਾਰਾਮ ਜੀ ਦੀ ਪਤਨੀ ਇਹਨਾਂ ਤੋਂ ਕੁਝ ਫਾਸਲੇ ਤੇ ਇਹਨਾਂ ਦੇ ਮਗਰ ਆ ਰਹੀ ਸੀ। ਸੰਤ ਤੁਕਾਰਾਮ ਜੀ ਲਿਖਦੇ ਹਨ ਕਿ ਇਹਨਾਂ ਨੇ ਰਸਤੇ ਵਿੱਚ ਇੱਕ ਸੋਨੇ ਦੇ ਹਾਰ ਨੂੰ ਪਿਆ ਦੇਖਿਆ ਜੋ ਕਿਸੇ ਦਾ ਨਦੀ ਤੇ ਇਸ਼ਨਾਨ ਕਰਦੇ ਸਮੇਂ ਡਿੱਗ ਪਿਆ ਹੋਵੇਗਾ। ਸੰਤ ਤੁਕਾਰਾਮ ਜੀ ਦੇ ਦੱਸਣ ਅਨੁਸਾਰ ਇਹਨਾਂ ਨੇ ਰੇਤਾ ਨੂੰ ਆਪਣੇ ਪੈਰ ਨਾਲ ਕੁਝ ਪਾਸੇ ਕੀਤਾ ਅਤੇ ਉਸ ਸੋਨੇ ਦੇ ਹਾਰ ਨੂੰ ਮਿੱਟੀ ਵਿੱਚ ਦਬਾ ਦਿੱਤਾ। ਸੰਤ ਤੁਕਾਰਾਮ ਜੀ ਦੀ ਪਤਨੀ ਨੇ ਵੀ ਇਸ ਦ੍ਰਿਸ਼ ਨੂੰ ਦੇਖਿਆ ਅਤੇ ਆਵਾਜ਼ ਦਿੱਤੀ। ਗੁਰਮੁਖ ਪਿਆਰਿਓ, ਬੜੀ ਵਿਚਾਰ ਕਰਨ ਵਾਲੀ ਗੱਲ ਹੈ। ਕੀ ਫਰਮਾਇਆ ਸੰਤ ਤੁਕਾਰਾਮ ਜੀ ਦੀ ਪਤਨੀ ਧਰਮ ਪਤਨੀ ਨੇ? ਉਹਨਾਂ ਨੇ ਫਰਮਾਇਆ, ਮਹਾਤਮਾ ਜੀ, ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ? ਸੰਤ ਤੁਕਾਰਾਮ ਜੀ ਲਿਖਦੇ ਹਨ ਕਿ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਤੇ ਆਖਿਆ, ਤੂੰ ਪਰਮਾਰਥ ਵਿੱਚ ਮੇਰੇ ਨਾਲੋਂ ਕੋਹਾਂ ਦੂਰ ਅੱਗੇ ਨਿਕਲ ਗਈ। ਅੱਗੇ ਕਿਉਂ ਨਿਕਲ ਗਈ? ਸੰਤ ਤੁਕਾਰਾਮ ਜੀ ਲਿਖਦੇ ਹਨ ਕਿ ਸੋਨਾ ਪਰਾਇਆ ਧਨ ਜ਼ਰੂਰ ਸੀ, ਪਰ ਮੇਰੀ ਨਜ਼ਰ ਨੇ ਉਸ ਨੂੰ ਸੋਨਾ ਦੇਖਿਆ, ਪਰ ਤੇਰੀ ਨਜ਼ਰ ਨੇ ਉਸ ਸੋਨੇ ਨੂੰ ਵੀ ਮਿੱਟੀ ਹੀ ਦੇਖਿਆ। ਇਸ ਕਰਕੇ ਹੱਕ ਹਲਾਲ ਦੀ ਕਮਾਈ ਉੱਪਰ ਹਰੇਕ ਧਰਮ ਪਹਿਰਾ ਦੇ ਰਿਹਾ। ਗੁਰਮੁਖ ਪਿਆਰਿਓ, ਆਪਾਂ ਦਾਅਵੇ ਨਾਲ ਇਹ ਗੱਲ ਆਖ ਸਕਦੇ ਹਾਂ ਕਿ ਸੰਸਾਰ ਦੇ ਕਿਸੇ ਵੀ ਧਰਮ ਨੇ ਨਫ਼ਰਤ, ਈਰਖਾ,
ਨਿੰਦਿਆ ਚੁਗਲੀ ਦੀ ਇਜਾਜ਼ਤ ਨਹੀਂ ਦਿੱਤੀ। ਮਾਲਕ ਦੇ ਪਿਆਰੇ ਆਪਾਂ ਨੂੰ ਉਸ ਮਾਲਕ ਦੇ ਗੁਣਾਂ ਨਾਲ ਸਾਂਝ ਪਾਉਣ ਬਾਰੇ ਉਪਦੇਸ਼ ਦਿੰਦੇ ਹਨ। ਇਹਨਾਂ ਗੁਣਾਂ ਦੁਆਰਾ ਮਨ ਦਾ ਬਰਤਨ ਸਾਫ਼ ਕਰਨ ਉੱਪਰ ਜ਼ੋਰ ਦਿੰਦੇ ਹਨ ਤਾਂ ਜੋ ਇਸ ਮਨ ਰੂਪੀ ਬਰਤਨ ਵਿੱਚ ਨਾਮ ਰੂਪੀ ਅੰਮ੍ਰਿਤ ਪਾਇਆ ਜਾ ਸਕੇ। ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਫਰਮਾਇਆ ਹੈ, ਜੋ ਕਿ ਤੀਸਰੇ ਪਾਤਸ਼ਾਹ ਜੀ ਦਾ ਮੁੱਖ ਵਾਕ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਜੇਕਰ ਮਨ ਮੈਲਾ ਹੈ ਤਾਂ ਮਨ ਨਾਲ ਕੀਤਾ ਗਿਆ ਹਰ ਕਰਮ ਵੀ ਮੈਲਾ ਹੈ। ਸੰਗਤ ਦੀ ਜਾਣਕਾਰੀ ਲਈ ਮੈਂ ਬੇਨਤੀ ਕਰਾਂ, ਅੱਜ ਦੇ ਇਸ ਵਾਰਤਾਲਾਪ ਵਿੱਚ ਆਪਾਂ ਭਾਈ ਸਾਹਿਬ ਭਾਈ ਬਲਜੀਤ ਜੀ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਭਾਈ ਸਾਹਿਬ ਜੀ ਭਾਈ ਉਮਰ ਕਲਿਆਣ ਜੀ ਨੇ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ ਕਿ ਉਸ ਮਾਲਕ ਅੱਗੇ ਉਸ ਦੀ ਇਹ ਹੀ ਅਰਦਾਸ ਹੈ ਜਾਂ ਬੇਨਤੀ ਹੈ ਕਿ ਉਸ ਨੂੰ ਦੁਨੀਆ ਦੀ ਕਿਸੇ ਵੀ ਵਸਤੂ ਦੀ ਲੋੜ ਨਹੀਂ, ਸਿਰਫ ਮਾਲਕ ਦੀ ਓਟ ਜਾਂ ਆਸਰੇ ਬਾਰੇ ਹੀ ਉਹਨਾਂ ਨੇ ਆਖਿਆ। ਭਾਈ ਸਾਹਿਬ ਜੀ, ਇਹ ਅਰਦਾਸ ਕੀ ਹੈ ਅਤੇ ਪਰਮਾਰਥ ਵਿੱਚ ਇਸ ਦੀ ਕੀ ਵਿਸ਼ੇਸ਼ਤਾ ਹੈ? ਜਿਸ ਤਰ੍ਹਾਂ ਆਪਾਂ ਵੀ ਅਕਸਰ ਗੁਰੂ ਘਰਾਂ ਵਿੱਚ ਸੁਣਦੇ ਹਾਂ, ਮਨ ਨੀਵਾਂ ਅਤੇ ਮੱਤ ਉੱਚੀ ਦਾ ਵਰਨ। ਆਪ ਇਸ ਅਰਦਾਸ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਅੱਜ ਦੀ ਇਸ ਵਾਰਤਾਲਾਪ ਦੀ ਆਪਾਂ ਗੱਲ ਕਰ ਲਈਏ ਕਿ ਹਰੇਕ ਮਹਾਤਮਾ ਦੀ ਬਾਣੀ ਦੇ ਅੰਦਰ ਆਪਾਂ ਨੂੰ ਕੁਝ ਜਿਹੜੇ ਸਿਧਾਂਤ ਕਹਿ ਲਓ, ਅਸੂਲ ਕਹਿ ਲਓ, ਪ੍ਰਿੰਸੀਪਲ ਕਹਿ ਲਓ, ਉਹਨਾਂ ਦਾ ਜਿਹੜਾ ਵਰਣਨ ਆਣਾ ਉਹ ਮਿਲੇਗਾ। ਜਿਸ ਤਰ੍ਹਾਂ ਭੈਣ ਜੀ ਥੋੜਾ ਜਿਹਾ ਇਸ਼ਾਰਾ ਜਿਹੜਾ ਉਹ ਦੇ ਗਏ ਕਿ ਜਿਹੜੀਆਂ ਕਾਮਨ ਗੱਲਾਂ, ਸਾਂਝੇ ਸਿਧਾਂਤ, ਸਾਂਝੇ ਅਸੂਲ ਜਿਹੜੇ ਉਹਨਾਂ ਦੇ ਪ੍ਰਤੀ ਭੈਣ ਜੀ ਥੋੜਾ ਜਿਹਾ ਆਪਾਂ ਨੂੰ ਇਸ਼ਾਰਾ ਦੇ ਗਏ ਕਿ ਵੀ ਹਰੇਕ ਮਹਾਤਮਾ ਨੇ ਆਪਣੇ ਧਾਰਮਿਕ ਗ੍ਰੰਥ ਦੇ ਅੰਦਰ ਉਹਨਾਂ ਨੂੰ ਕਲਮਬੰਦ ਕੀਤਾ। ਕਿਉਂ ਕੀਤਾ? ਇਸ ਕਰਕੇ ਕੀਤਾ ਕਿ ਉਸ ਬਾਣੀ ਤੋਂ ਜਿਹੜਾ ਆਪਾਂ ਪੜ੍ਹ ਕੇ ਜਾਂ ਸੁਣ ਕੇ ਉਸ ਤੋਂ ਆਪਾਂ ਜਿਹੜਾ ਉਹ ਫਾਇਦਾ ਉਠਾ ਸਕੀਏ। ਜਿਸ ਤਰ੍ਹਾਂ ਆਪਾਂ ਵਿਚਾਰ ਕਰਕੇ ਦੇਖੀਏ ਤੇ ਆਪਾਂ ਆਪਣੇ ਆਪਣੇ ਧਾਰਮਿਕ ਅਸਥਾਨ ਦੇ ਅੰਦਰ ਕਹਿ ਲਈਏ, ਗੁਰੂ ਘਰਾਂ ਦੇ ਅੰਦਰ ਕਹਿ ਲਈਏ, ਜਾਂ ਕੋਈ ਇਹੋ ਜਿਹੀ ਹੋਰ ਜਗ੍ਹਾ ਜਿਸ ਦੇ ਬਾਰੇ ਆਪਾਂ ਵਿਚਾਰ ਕਰ ਲਈਏ। ਕਿਉਂ ਜਾਣੇ? ਇਸ ਕਰਕੇ ਜਾਣੇ, ਇਸ ਕਰਕੇ ਆਪਾਂ ਉੱਥੇ ਜਿਹੜਾ ਧਾਰਮਿਕ ਗ੍ਰੰਥ ਆ ਉਸ ਨੂੰ ਮੱਥਾ ਟੇਕਦੇ ਕਿ ਵੀ ਉਸ ਦੇ ਅੰਦਰ ਜਿਹੜੀ ਚੀਜ਼ ਲਿਖੀ ਆ ਨਾ ਤੇ ਫਿਰ ਉਹ ਸਾਨੂੰ ਪ੍ਰਵਾਨ ਆ। ਜੇਕਰ ਆਪਾਂ ਉਸ ਚੀਜ਼ ਨੂੰ ਮੰਨਿਆ ਹੀ ਨਹੀਂ ਤੇ ਫਿਰ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਲਿਖਣ ਅਨੁਸਾਰ ਇਹ ਜਿਹੜਾ ਮੱਥਾ ਟੇਕਣਾ ਇਹ ਇੱਕ ਵਿਖਾਵਾ ਹੋਵੇਗਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ, ਕਹਿੰਦੇ ਜਿਸ ਤਰ੍ਹਾਂ ਆਪਣੇ ਮੂੰਹ ਦੇ ਵਿੱਚੋਂ ਰੇਤ ਕੱਢ ਕੇ ਨਾ ਦੂਸਰੇ ਦੇ ਕੰਨਾਂ ਵਿੱਚ ਪਾ ਦੇਣੀ, ਉਸ ਦੇ ਪ੍ਰਤੀ ਉਹਨਾਂ ਨੇ ਇਸ਼ਾਰਾ ਦਿੱਤਾ। ਭਾਵ ਦੱਸਣ ਤੋਂ ਕਿ ਵੀ ਇਸ ਇਨਸਾਨ ਦਾ ਆਪਣਾ ਕਹਿ ਲੋ ਜੀਵਨ ਉਸ ਸੰਚੇ ਦੇ ਵਿੱਚ, ਉਸ ਬਣਤਰ ਦੇ ਵਿੱਚ ਜਿਹੜਾ ਉਹ ਢਲਿਆ ਹੋਣਾ ਚਾਹੀਦਾ, ਤਾਂ ਹੀ ਇਹ ਇਨਸਾਨ ਜਿਹੜਾ ਆਖ ਸਕਦਾ ਕਿ ਵੀ ਇਹ ਉਸ ਬਾਣੀ ਨੂੰ ਮੰਨਣ ਦਾ ਧਾਰਨੀ ਕਹਿ ਲਓ, ਉਸ ਦੇ ਆਪਾਂ ਸੇਵਕ ਕਹਿ ਸਕਦੇ, ਤਾਂ ਹੀ ਕਹਿਲਾਉਣ ਦੇ ਹੱਕਦਾਰ ਹਾਂ ਜੇਕਰ ਆਪਾਂ ਉਸ ਨੂੰ ਮੰਨਣ ਵਿੱਚ ਲੈ ਕੇ ਆਂਦਾ। ਆਪਾਂ ਬਾਹਰਲੀ ਧਾਰਨ ਲੈ ਕੇ ਦੇਖ ਸਕਦੇ ਕਿ ਵੀ ਜੇਕਰ ਅਸੀਂ ਆਪਣੇ ਬਾਪ ਦੀ ਗੱਲ ਨੂੰ ਮੰਨਿਆ ਹੀ ਨਹੀਂ, ਉਸ ਨੂੰ ਮੰਨਣ ਵਿੱਚ ਹੀ ਲੈ ਕੇ ਨਹੀਂ ਆਂਦਾ,
ਤੇ ਉਸ ਦੇ ਮੰਜੇ ਦੇ ਇਰਦ ਗਿਰਦ ਆਪਾਂ ਚੱਕਰ ਕੱਟੀ ਜਾਈਏ ਤੇ ਉਸ ਬਾਪ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ। ਖੁਸ਼ ਉਦੋਂ ਕਰਾਂਗੇ ਜਦੋਂ ਉਸ ਦੀ ਕਹੀ ਹੋਈ ਗੱਲ ਜਿਹੜੀ ਉਸ ਨੂੰ ਮੰਨਣ ਵਿੱਚ ਲੈ ਕੇ ਇਹ ਇਨਸਾਨ ਜਿਹੜਾ ਉਹ ਆਵੇਗਾ। ਜਿਸ ਤਰ੍ਹਾਂ ਆਪਾਂ ਵਿਚਾਰ ਕਰਦੇ ਭੈਣ ਜੀ ਨੇਕੀ ਦੀ ਗੱਲ ਕਰ ਗਏ ਕਿ ਨੇਕੀ ਜਿਹੜੀ ਉਹ ਹਰੇਕ ਧਰਮ ਦੇ ਧਾਰਮਿਕ ਗ੍ਰੰਥ ਦੇ ਅੰਦਰ ਜਿਹੜਾ ਉਸ ਦਾ ਜ਼ਿਕਰ ਜਿਹੜਾ ਉਹ ਮਿਲੇਗਾ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਨਿਰਵਾਣ ਪ੍ਰਕਰਣ ਦੇ ਅੰਦਰ ਇਸ ਚੀਜ਼ ਦਾ ਜਿਹੜਾ ਜੀ ਉਹ ਜ਼ਿਕਰ ਕੀਤਾ ਬੜੇ ਵਿਸਥਾਰ ਦੇ ਨਾਲ ਕਿ ਵੀ ਇੱਕ ਇਨਸਾਨ ਜਿਹੜਾ ਕਹਿੰਦੇ ਉਸ ਦੇ ਅੰਦਰ ਕਿਹੜੇ ਗੁਣ ਜਿਹੜੇ ਉਹ ਹੋਣੇ ਚਾਹੀਦੇ। ਜਿਸ ਤਰ੍ਹਾਂ ਉਹਨਾਂ ਨੇ ਵਿਰਾਗਿਆ ਦੀ ਗੱਲ ਕੀਤੀ, ਸੰਤੋਖ ਦੀ ਗੱਲ ਕੀਤੀ, ਉਦਾਰਤਾ ਦੀ ਗੱਲ ਕੀਤੀ, ਜਾਂ ਇਸ ਤਰ੍ਹਾਂ ਕੋਈ ਹੋਰ 5-6 ਲਫ਼ਜ਼ ਜਿਹੜੇ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਉਹਨਾਂ ਦਾ ਜਿਹੜਾ ਉਹ ਵਰਣਨ ਕੀਤਾ। ਸ਼ੇਖ ਫਰੀਦ ਜੀ ਨੇ ਉਸ ਨੇਕੀ ਦੇ ਸੰਬੰਧ ਵਿੱਚ ਗੱਲ ਕਰਦੇ ਹੋਏ ਜਿਹੜੀ ਚੀਜ਼ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਆਪਣੀ ਬਾਣੀ ਨਿਰਵਾਣ ਪ੍ਰਕਰਣ ਜਿਹੜਾ ਉਸ ਦੇ ਵਿੱਚ ਵਰਣਨ ਕੀਤੀ। ਸ਼ੇਖ ਫਰੀਦ ਜੀ ਨੇ ਕੀ ਫਰਮਾਇਆ? ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ। ਵੈਸੇ ਆ ਗੱਲ ਜਿਹੜੀ ਆ ਨਾ ਆਪਾਂ ਵਿਚਾਰ ਕਰਕੇ ਦੇਖੀਏ ਸ਼ਾਇਦ ਇਹ ਸਾਨੂੰ ਸੂਟ ਜਿਹੜੀ ਉਹ ਨਹੀਂ ਕਰਦੀ। ਭਾਵ ਜਿਸ ਤਰ੍ਹਾਂ ਕਹਿ ਲਈਏ ਨਾ ਕਿ ਵੀ ਆ ਚੀਜ਼ ਇਹਨੂੰ ਮਾਫਕ ਨਹੀਂ, ਲੇਕਿਨ ਸ਼ੇਖ ਫਰੀਦ ਜੀ ਗੱਲ ਕਰ ਰਹੇ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ। ਕਹਿੰਦੇ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਕਹਿੰਦੇ ਉਸ ਪਰਮਾਤਮਾ ਦੇ ਘਰ ਦੇ ਵਿੱਚੋਂ ਕਹਿੰਦੇ ਇਸ ਇਨਸਾਨ ਨੂੰ ਉਹ ਹਰੇਕ ਚੀਜ਼ ਜਿਹੜੀ ਉਹ ਪ੍ਰਾਪਤ ਹੋ ਜਾਏਗੀ। ਸ਼ੇਖ ਫਰੀਦ ਜੀ ਦੇ ਦੱਸਣ ਦੇ ਅਨੁਸਾਰ ਕਹਿੰਦੇ ਜਦੋਂ ਇਹ ਇਨਸਾਨ ਕਹਿੰਦੇ ਬੁਰੇ ਦਾ ਭਲਾ ਕਰਨਾ ਜਿਹੜਾ ਨੇਕੀ ਕਰਨੀ ਜਿਹੜੀ ਇਹ ਇਨਸਾਨ ਜਿਹੜੀ ਉਹ ਸਿੱਖ ਜਾਵੇਗਾ। ਆਪਾਂ ਸੇਂਟ ਮੈਥਿਊ ਦੀ ਗੱਲ ਕਰਦੇ ਬਾਈਬਲ ਦੇ ਅੰਦਰ ਇਸ ਚੀਜ਼ ਦੇ ਬਾਰੇ ਜਿਹੜਾ ਉਹ ਸਪਸ਼ਟ ਫੈਸਲਾ। ਇਹ ਵੱਖਰੀ ਗੱਲ ਆ ਕਿ ਵੀ ਉਹਨਾਂ ਦੇ ਅਨਿਆਈ ਕਹਿ ਲਓ, ਉਹਨਾਂ ਦੇ ਧਾਰਨੀ ਕਹਿ ਲਓ, ਉਹਨਾਂ ਨੂੰ ਮੰਨਣ ਵਾਲੇ ਕਹਿ ਲਓ, ਉਸ ਚੀਜ਼ ਨੂੰ ਹਰੇਕ ਇਨਸਾਨ ਦੀ ਆਪਣੀ ਮਰਜ਼ੀ ਮੰਨਣਾ ਨਾ ਮੰਨਣਾ ਇਹ ਹਰੇਕ ਭੈਣ ਭਾਈ ਦੀ ਆਪਣੀ ਮਰਜ਼ੀ। ਲੇਕਿਨ ਆ ਚੀਜ਼ ਜਿਹੜੀ ਇਹ ਸੇਂਟ ਮੈਥਿਊ ਦੀ ਬੁੱਕ ਜਿਹੜੀ ਉਸ ਦੇ ਵਿੱਚ ਆਪਾਂ ਨੂੰ ਲਿਖੀ ਹੋਈ ਮਿਲੇਗੀ। ਕੀ ਫਰਮਾਇਆ ਉਸ ਦੇ ਵਿੱਚ ਉਹਨਾਂ ਨੇ? ਕਹਿੰਦੇ ਜੀ ਤੁਸੀਂ ਸੁਣਿਆ ਹੈ ਅਤੇ ਇਹ ਕਿਹਾ ਵੀ ਗਿਆ। ਕਹਿੰਦੇ ਅੱਜ ਤੱਕ ਕਹਿੰਦੇ ਤੁਸੀਂ ਇਹ ਆਮ ਤੌਰ ਤੇ ਸੁਣਿਆ। ਕੀ ਸੁਣਿਆ? ਕਹਿੰਦੇ ਅੱਖ ਦੇ ਬਦਲੇ ਵਿੱਚ ਅੱਖ ਅਤੇ ਦੰਦ ਦੇ ਬਦਲੇ ਵਿੱਚ ਦੰਦ। ਭਾਵ ਬਦਲਾ ਲੈਣ ਦੀ ਭਾਵਨਾ ਦੀ ਗੱਲ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਦੱਸਿਆ ਉਹਨਾਂ ਗੁਣਾਂ ਨੂੰ ਧਾਰਨ ਕਰਨ ਦੀ ਗੱਲ, ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਦੇ ਵਿੱਚ ਦੱਸਿਆ ਕਿ ਵੀ ਬੁਰੇ ਦਾ ਭਲਾ ਕਰਨਾ ਜਿਹੜਾ ਉਹ ਸਿੱਖ ਜਾਓ। ਸੇਂਟ ਮੈਥਿਊ ਜੀ ਨੇ ਆਪਣੀ ਇਸ ਵਾਰਤਾਲਾਪ ਦੇ ਵਿੱਚ ਜ਼ਿਕਰ ਕੀਤਾ। ਕਹਿੰਦੇ ਤੁਸੀਂ ਅੱਜ ਤੱਕ ਇਹ ਸੁਣਿਆ, ਲੇਕਿਨ ਚੈਪਟਰ 5 ਵਰਸ 44 ਦੇ ਅੰਦਰ ਉਹਨਾਂ ਨੇ ਜ਼ਿਕਰ ਕੀਤਾ ਇੱਕ ਜਗ੍ਹਾ ਤੇ ਜੀ। ਕਹਿੰਦੇ ਮੈਂ ਤੁਹਾਨੂੰ ਕਹਿੰਦਾ। ਕੌਣ ਕਹਿੰਦਾ? ਸੇਂਟ ਮੈਥਿਊ ਨੇ ਆ ਚੀਜ਼ ਜਿਹੜੀ ਇਹ ਲਿਖੀ ਆ ਜੀ। ਕੀ ਲਿਖਿਆ? ਕਹਿੰਦੇ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਆਪਣੇ ਦੁਸ਼ਮਣਾਂ ਨਾਲ ਪ੍ਰੇਮ ਕਰੋ। ਸ਼ੇਖ ਫਰੀਦ ਜੀ ਨੇ ਦੱਸਿਆ ਬੁਰੇ ਦਾ ਭਲਾ ਕਰੋ। ਇਸੇ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਆਪਾਂ ਨੂੰ ਉਸ ਚੀਜ਼ ਨੂੰ ਅਪਣਾਉਣ ਵਾਸਤੇ ਆਖਿਆ। ਇਸੇ ਤਰੀਕੇ ਦੇ ਨਾਲ ਸੇਂਟ ਮੈਥਿਊ ਜੀ ਨੇ ਕੀ ਲਿਖਿਆ? ਕਹਿੰਦੇ ਮੈਂ ਤੁਹਾਨੂੰ ਕਹਿੰਦਾ। ਕੀ ਕਹਿੰਦਾ? ਤੁਸੀਂ ਆਪਣੇ ਦੁਸ਼ਮਣਾਂ ਨਾਲ ਪ੍ਰੇਮ ਕਰੋ, ਉਹਨਾਂ ਨੂੰ ਅਸੀਸਾਂ ਦਿਓ ਜੋ ਤੁਹਾਨੂੰ ਸਰਾਪ ਦਿੰਦੇ ਹਨ। ਤੀਸਰੀ ਕੜੀ ਵਿੱਚ ਕੀ ਫਰਮਾਇਆ? ਕਹਿੰਦੇ ਉਹਨਾਂ ਨਾਲ ਨੇਕੀ ਕਰੋ ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਹਨ। ਹਰੇਕ ਧਰਮ ਦੀ ਆਪਾਂ ਗੱਲ ਕਰ ਰਹੇ, ਉਸ ਦੇ ਧਾਰਮਿਕ ਗ੍ਰੰਥਾਂ ਦੀ ਆਪਾਂ ਗੱਲ ਕਰ ਰਹੇ ਕਿ ਵੀ ਉਹ ਆਪਾਂ ਨੂੰ ਕੀ ਸਿੱਖਿਆ ਦਿੰਦੇ। ਜਿਸ ਤਰ੍ਹਾਂ ਸ਼ੇਖ ਫਰੀਦ ਜੀ ਨੇ ਇੱਕ ਜਗ੍ਹਾ ਤੇ ਹੋਰ ਗੱਲ ਕੀਤੀ ਇਸ ਚੀਜ਼ ਦੇ ਬਾਰੇ ਬਈ ਉਹ ਆਪਾਂ ਨੂੰ ਇਸ ਕਰਕੇ ਉਸ ਚੀਜ਼ ਨੂੰ ਅਪਣਾਉਣ ਵਾਸਤੇ ਕਹਿੰਦੇ ਕਿ ਬਈ ਜੇਕਰ ਉਹ ਗੁਣ ਇਸ ਇਨਸਾਨ ਦੇ ਅੰਦਰ ਦਾਖਲ ਨਹੀਂ ਹੋਣਗੇ, ਇਹ ਇਨਸਾਨ ਉਹਨਾਂ ਗੁਣਾਂ ਨੂੰ ਨਹੀਂ ਅਪਣਾਵੇਗਾ ਤੇ ਫਿਰ ਹੋਵੇਗਾ ਕਿ ਉਸ ਮਾਲਕ ਦੇ ਨਾਲ ਜਿਹੜਾ ਉਹ ਪ੍ਰੇਮ ਨਹੀਂ ਕਰ ਸਕੇਗਾ। ਕਿਉਂਕਿ ਉਹ ਚੀਜ਼ ਜਿਹੜੀ ਉਸ ਮਾਲਕ ਨੂੰ ਚਾਹੀਦੀ ਹੈ ਨਾ, ਉਹ ਚੀਜ਼
ਇਸ ਇਨਸਾਨ ਦੇ ਹਿਰਦੇ ਵਿੱਚ ਨਹੀਂ ਤੇ ਫਿਰ ਗੱਲ ਨਹੀਂ ਬਣੇਗੀ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ ਕਿ ਸਫੇਦ ਵਸਤਰ ਉੱਪਰ ਕੇਸਰ ਦਾ ਰੰਗ ਜਿਹੜਾ ਉਹ ਛੇਤੀ ਚੜ ਜਾਂਦਾ, ਤੇ ਜੇਕਰ ਉਹ ਮੈਲਾ ਆ ਨਾ ਕਪੜਾ ਤੇ ਮੈਲੇ ਕਪੜੇ ਦੇ ਉੱਪਰ ਰੰਗ ਨਹੀਂ ਚੜੇਗਾ। ਕਹਿੰਦੇ ਜੇਕਰ ਇਸ ਇਨਸਾਨ ਦਾ ਹਿਰਦਾ ਜਿਹੜਾ ਉਹ ਗੰਦਾ ਕਹਿ ਲਓ, ਮੈਲਾ ਕਹਿ ਲਓ, ਤੇ ਫਿਰ ਉਸ ਮਾਲਕ ਦਾ ਰੰਗ ਜਿਹੜਾ ਉਹ ਉਸ ਦੇ ਉੱਪਰ ਨਹੀਂ ਚੜੇਗਾ। ਇਸ ਕਰਕੇ ਮਹਾਤਮਾ ਦੇ ਦੱਸਣ ਦੇ ਅਨੁਸਾਰ ਕਹਿੰਦੇ ਵੀ ਉਹ ਕੰਮ ਜਿਹੜੇ ਉਸ ਮਾਲਕ ਦੇ ਘਰ ਵਿੱਚ ਪਹੁੰਚਣ ਦੇ ਲਈ ਇਸ ਇਨਸਾਨ ਦੇ ਰਸਤੇ ਦੇ ਵਿੱਚ ਰੁਕਾਵਟ ਬਣਦੇ, ਮਹਾਤਮਾ ਨੇ ਧਾਰਮਿਕ ਗ੍ਰੰਥਾਂ ਦੇ ਅੰਦਰ ਉਹਨਾਂ ਦਾ ਜ਼ਿਕਰ ਜਿਹੜਾ ਜੀ ਉਹ ਕੀਤਾ। ਕੀ ਫਰਮਾਇਆ ਸ਼ੇਖ ਫਰੀਦ ਜੀ ਨੇ ਆਪਣੇ ਸ਼ਲੋਕ ਨੰਬਰ 59 ਦੇ ਵਿੱਚ, ਕਹਿੰਦੇ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ। ਮੁਸਲਮਾਨ ਮਹਾਤਮਾ ਸਨ, ਸਾਈਂ ਲਫ਼ਜ਼ ਲਿਖ ਦਿੱਤਾ, ਕਹਿੰਦੇ ਵੀ ਉਹ ਕੰਮ ਨਾ ਕਰੀ, ਕਹਿੰਦੇ ਜਿਨ੍ਹਾਂ ਦਾ ਫਾਇਦਾ ਨਹੀਂ, ਕਹਿੰਦੇ ਨੁਕਸਾਨ ਕੀ ਹੋਵੇਗਾ। ਕਹਿੰਦੇ ਇਸ ਇਨਸਾਨ ਨੂੰ ਕਹਿੰਦੇ ਬਈ ਫਿਰ ਉਸ ਮਾਲਕ ਦੇ ਦਰਬਾਰ ਦੇ ਵਿੱਚ ਜਿਹੜਾ ਜਿਸ ਸਮੇਂ ਜਾਏਗਾ ਨਾ, ਕਹਿੰਦੇ ਫਿਰ ਜਿਹੜਾ ਵੀ ਪਛਤਾਉਣਾ ਪਵੇਗਾ। ਮਹਾਤਮਾ ਮਾੜੇ ਕੰਮ ਕਰਨ ਤੋਂ ਆਪਾਂ ਨੂੰ ਕਿਉਂ ਰੋਕਦੇ? ਹਰੇਕ ਧਰਮ ਦੇ ਧਾਰਮਿਕ ਗ੍ਰੰਥ ਅੰਦਰ ਉਸ ਚੀਜ਼ ਦੇ ਪ੍ਰਤੀ ਆਪਾਂ ਨੂੰ ਕਿਉਂ ਦੱਸਿਆ ਜਾਂਦਾ? ਕਿਉਂਕਿ ਮਹਾਤਮਾ ਨੇ ਇਸ ਸੰਸਾਰ ਨੂੰ ਕਰਮਾ ਸੰਦੜਾ ਖੇਤ ਕਹਿ ਕੇ ਜਿਹੜਾ ਉਹ ਬਿਆਨ ਕੀਤਾ। ਇਸ ਵਿੱਚ ਕੋਈ ਸ਼ੱਕ ਨਹੀਂ। ਕਈ ਵਾਰੀ ਆਪਾਂ ਨੂੰ ਵੀ ਇਹੋ ਜਿਹੇ ਇਨਸਾਨ ਜਿਹੜੇ ਜੀ ਮਿਲ ਜਾਂਦੇ, ਬੜੇ ਪਿਆਰ ਦੇ ਨਾਲ ਉਹਨਾਂ ਦੀ ਗੱਲ ਸੁਣੀ ਦੀ, ਕਹਿੰਦੇ ਜੀ ਆ ਜਿਹੜਾ ਤੁਸੀਂ ਕਰਮਾਂ ਦੀ ਗੱਲ ਕਰਦੇ ਹੋ ਜਾਂ 84 ਦੀ ਗੱਲ ਕਰਦੇ ਹੋ ਜਾਂ ਇਸ ਤਰ੍ਹਾਂ ਦੀ ਹੋਰ ਕੋਈ ਤੁਸੀਂ ਗੱਲ ਕਰਦੇ ਹੋ, ਆਮ ਤੌਰ ਤੇ ਲੋਕੀ ਕਹਿ ਦਿੰਦੇ ਕਿ ਵੀ ਇੱਥੇ ਸਾਰਾ ਕੁਝ ਹੈਗਾ, ਕਿਸੇ ਨੇ ਕੋਈ ਅੱਗੇ ਜਾ ਕੇ ਵੇਖਿਆ ਥੋੜੀ। ਆਪਣਾ ਕੋਈ ਉਹਨਾਂ ਨਾਲ ਇਤਰਾਜ਼ ਨਹੀਂ, ਬੜੇ ਪਿਆਰ ਦੇ ਨਾਲ ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ, ਲੇਕਿਨ ਆਪਾਂ ਗੱਲ ਕਰ ਰਹੇ ਬਾਣੀ ਦੇ ਆਸ਼ੇ ਦੇ ਅਨੁਸਾਰ। ਬਾਣੀ ਕੀ ਕਹਿੰਦੀ ਕਿ ਵੀ ਇਹ ਮਾੜੇ ਕੰਮ ਕਰਨ ਦੇ ਨਾਲ ਇਸ ਇਨਸਾਨ ਨੂੰ ਕੀ ਨੁਕਸਾਨ ਜਿਹੜਾ ਉਹ ਹੋ ਸਕਦਾ। ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਦੇ ਅੰਦਰ ਜਿਸ ਤਰ੍ਹਾਂ ਆਪਾਂ ਨੂੰ ਸਮਝਾਇਆ, ਇਸੇ ਤਰ੍ਹਾਂ ਜਿਸ ਤਰ੍ਹਾਂ ਬਾਈਬਲ ਦੇ ਅੰਦਰ ਆਪਾਂ ਪੜ੍ਹਦੇ ਹਾਂ ਜੀ, ਐਜ ਯੂ ਸੋ ਸ਼ੈਲ ਯੂ ਰੀਪ। ਕਹਿੰਦੇ ਜਿਸ ਤਰ੍ਹਾਂ ਦਾ ਬੀਜ ਇਹ ਇਨਸਾਨ ਬੀਜੇਗਾ, ਕਹਿੰਦੇ ਉਸ ਦੀ ਫਸਲ ਇਕੱਠੀ ਕਰਨ ਵਾਸਤੇ ਇਸ ਇਨਸਾਨ ਨੂੰ ਇਸ ਦੁਨੀਆ ਦੇ ਅੰਦਰ ਜਿਹੜਾ ਉਹ ਆਉਣਾ ਪਵੇਗਾ। ਮੈਂ ਥੋੜੀ ਜਿਹੀ ਬੇਨਤੀ ਕਰਾਂ, ਕਿਉਂਕਿ ਆਪਾਂ ਕੁਝ 3 ਪ੍ਰਮਾਣ ਜਿਹੜੇ ਉਹ ਗੁਰਬਾਣੀ ਦੇ ਵਿੱਚੋਂ ਇਹੋ ਜਿਹੇ ਲਵਾਂਗੇ ਕਿ ਵੀ ਕੀ ਇਹ ਇਨਸਾਨ ਨੂੰ ਕੋਈ ਅਖੀਰਲੇ ਸਮੇਂ ਤੇ ਪੁੱਛਣ ਵਾਲਾ ਵੀ ਹੈਗਾ। ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਕਈ ਵਾਰੀ ਇਹੋ ਜਿਹੇ ਇਨਸਾਨ ਆਪਾਂ ਨੂੰ ਮਿਲ ਜਾਂਦੇ ਜਿਹੜੇ ਕਹਿੰਦੇ ਜੀ ਕਿ ਕਿਸੇ ਨੇ ਕੁਝ ਵੇਖਿਆ ਵੀ ਆ, ਸਾਰੀ ਜ਼ਿੰਦਗੀ ਜੋ ਮਰਜ਼ੀ ਕਰੀ ਜਾਓ, ਅਖੀਰਲੇ ਸਮੇਂ ਤੇ ਗ੍ਰੰਥੀ ਸਾਹਿਬਾਨ ਪਾਠੀ ਸਾਹਿਬਾਨ ਨੇ ਕਰ ਦੇਣੀ ਅਰਦਾਸ ਤੇ ਇਸ ਇਨਸਾਨ ਨੇ ਸਿੱਧਾ ਹੀ ਉਸ ਮਾਲਕ ਦੇ ਘਰ ਵਿੱਚ ਜਿਹੜਾ ਪਹੁੰਚ ਜਾਣਾ। ਬਾਣੀ ਕਹਿੰਦੀ ਨਹੀਂ ਪਹੁੰਚ ਸਕੇਗੀ। ਕੀ ਫਰਮਾਇਆ ਸ਼ੇਖ ਫਰੀਦ ਜੀ ਦੀ ਆਪਾਂ ਗੱਲ ਕਰ ਰਹੇ। ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਇਸ ਕਰਮਾਂ ਦੇ ਪ੍ਰਤੀ ਕਿਉਂ ਜਿਹੜੇ ਉਹ ਮਾੜੇ ਕੰਮ ਜਿਹੜੇ ਉਹ ਨਹੀਂ ਕਰਨੇ। ਕਹਿੰਦੇ ਫਰੀਦਾ ਲੋੜੇ ਦਾਖ ਬਿਜ ਉਰੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਇਂਦਾ ਪੈਂਦਾ ਲੋੜੇ ਪੱਟ। ਕਹਿੰਦੇ ਬਈ ਇਹ ਮਾਲਕ ਦਾ ਕਾਨੂੰਨ ਕਹਿ ਲਓ, ਇਸ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਬਦਲ ਨਹੀਂ ਸਕਦੇ। ਫਰੀਦ ਜੀ ਨੇ ਆਪਣੀ ਬਾਣੀ ਦੇ ਅੰਦਰ ਫਰਮਾਇਆ, ਕਹਿੰਦੇ ਇੱਕ ਕਿਸਾਨ ਭਰਾ, ਜੱਟ ਤੋਂ ਭਾਵ ਇੱਥੇ ਇੱਕ ਕਿਸਾਨ ਜੋ ਕਿ ਖੇਤੀ ਕਰਦਾ, ਉਸ ਦੀ ਗੱਲ ਕਰ ਰਿਹਾ। ਕਹਿੰਦੇ ਜਿਸ ਤਰ੍ਹਾਂ ਇੱਕ ਕਿਸਾਨ ਭਰਾ ਕੀ ਕਰਦਾ ਕਿ ਕਹਿੰਦੇ ਕਿੱਕਰਾਂ ਬੀਜ ਰਿਹਾ ਤੇ ਉਹ ਆਸ ਲਾਈ ਬੈਠੇ ਕਿ ਜੀ ਬੰਜੌਰ ਦੇਸ਼ ਦਾ ਇੱਕ ਫਰੂਟ ਜਿਸ ਨੂੰ ਦਾਖ ਕਹਿੰਦੇ ਉਹ ਉਸ ਨੂੰ ਪ੍ਰਾਪਤ ਹੋ ਜਾਣਗੀਆਂ। ਤੇ ਸ਼ੇਖ ਫਰੀਦ ਜੀ ਕਹਿੰਦੇ ਮੰਨਿਆ ਨਹੀਂ ਜਾ ਸਕਦਾ। ਕਹਿੰਦੇ ਦੂਸਰੀ ਕੜੀ ਵਿੱਚ ਹੰਡੇ ਉਨ ਕਤਾਇਂਦਾ, ਆਪਾਂ ਨੂੰ ਪਤਾ ਕਹਿੰਦੇ ਇੱਕ ਜਿਸ ਤਰ੍ਹਾਂ ਬੀਬੀਆਂ ਕੀ ਕਰਦੀਆਂ ਜੀ ਕਿ ਉਹ ਉਨ ਕੱਤਦੀਆਂ ਜਾਂ ਵੇਲਦੀਆਂ, ਆਪਾਂ ਨੂੰ ਪਤਾ ਕਿ ਉਨ ਜਿਹੜੀ ਉਹ ਖੁਰਦਰੀ, ਜੇਕਰ ਉਹ ਉਨ ਕੱਤ ਰਹੀਆਂ ਤੇ ਇਸ ਚੀਜ਼ ਦੀ ਆਸ ਲਾਉਣ ਕਿ ਵੀ ਉਹਨਾਂ ਨੂੰ ਪੱਟ ਤੋਂ ਭਾਵ ਰੇਸ਼ਮ ਆਪਾਂ ਨੂੰ ਪਤਾ ਮੁਲਾਇਮ ਆ, ਕਹਿੰਦੇ ਉਹ ਚੀਜ਼ ਪ੍ਰਾਪਤ ਹੋ ਜਾਵੇ, ਸ਼ੇਖ ਫਰੀਦ ਜੀ ਦੇ ਦੱਸਣ ਅਨੁਸਾਰ ਨਹੀਂ ਹੋ ਸਕਦੀ। ਇੱਕ ਐਗਜ਼ਾਮਪਲ ਆਪਾਂ ਗੁਰੂ ਘਰ ਤੋਂ ਲਵਾਂਗੇ।
ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਮੁੱਖ ਵਾਕਾ ਜੀ, ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਜਿਹੜੇ ਸਿੱਖ ਭਰਾ ਵੀ ਇਹ ਗੱਲ ਕਰਦੇ ਜੀ ਕਿ ਕਿਸੇ ਨੇ ਕਦੇ ਕੁਝ ਵੇਖਿਆ ਵੀ ਆ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ। ਕੀ ਫਰਮਾਇਆ? ਕਹਿੰਦੇ ਦੱਦੇ ਦੋਸ ਨਾ ਦੇਵ ਕਿਸੇ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨ। ਵੱਖਰੇ ਵੱਖਰੇ ਮਹਾਤਮਾ ਦੀ ਬਾਣੀ ਚੋਂ ਪ੍ਰਮਾਣ ਲੈਣ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਅੱਜ ਨਹੀਂ ਕਿ ਕਿਸੇ ਨੇ ਕੋਈ ਨਵਾਂ ਹੀ ਸਿਧਾਂਤ ਜਿਹੜਾ ਖਾਲੀ ਆਪਣੇ ਸਾਹਮਣੇ ਲੈ ਕੇ ਆਂਦਾ, ਨਹੀਂ। ਭਗਵਾਨ ਵਾਲਮੀਕ ਜੀ ਦੇ ਸਮੇਂ ਤੋਂ ਆਪਾਂ ਗੱਲ ਕਰ ਸਕਦੇ ਹਾਂ ਕਿ ਉਸ ਸਮੇਂ ਤੋਂ ਉਹਨਾਂ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਤੇ ਗੁਰੂ ਸਾਹਿਬਾਨ ਨੇ ਕੀ ਫਰਮਾਇਆ? ਕਹਿੰਦੇ ਦੱਦੇ ਦੋਸ਼ ਨਾ ਦੇਵ ਕਿਸੇ, ਕਹਿੰਦੇ ਕਿਸੇ ਨੂੰ ਦੋਸ਼ ਨਹੀਂ ਦਿਆਂਗੇ। ਕਹਿੰਦੇ ਦੋਸ਼ ਕਰਮਾਂ ਆਪਣੇ ਜਿਹੜੇ ਮੈਂ ਕੰਮ ਕੀਤੇ, ਕਹਿੰਦੇ ਦੋਸ਼ ਉਸ ਚੀਜ਼ ਦਾ। ਕਿਉਂ? ਇਸ ਕਰਕੇ ਕਹਿੰਦੇ ਜੋ ਮੈਂ ਕੀਆ ਇਸ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਕੀਤੀ, ਲੋਕਾਂ ਨਾਲ ਧੋਖਾ ਕੀਤਾ, ਠੱਗੀ ਕੀਤੀ, ਬੇਈਮਾਨੀ ਕੀਤੀ, ਜਾਂ ਦੁਨੀਆ ਦੇ ਵਕਾਰ ਜਿਹੜੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਤੇ ਫਿਰ ਗੁਰੂ ਸਾਹਿਬਾਨ ਕਹਿੰਦੇ ਬਈ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨ। ਇੱਕ ਪ੍ਰਮਾਣ ਆਪਾਂ ਹੋਰ ਲਵਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਆਪਾਂ ਮੱਥਾ ਟੇਕਦੇ ਹਾਂ ਉਸ ਦੇ ਅੰਦਰ ਆ ਚੀਜ਼ ਜਿਹੜੀ ਉਹ ਲਿਖੀ ਹੋਈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਮੁੱਖ ਵਾਕਾ ਜੀ, ਕਹਿੰਦੇ ਪਾਪ ਕਰਿੰਦੜ ਸਰ ਪਰ ਮੁਠੇ। ਸਰ ਪਰ ਕਹਿੰਦੇ ਜਿਸ ਤਰ੍ਹਾਂ ਆਪਾਂ ਕਹਿ ਲਈਏ ਨਾ ਕਿ ਪੱਥਰ ਤੇ ਲਕੀਰ, ਮਹਾਤਮਾ ਕਹਿੰਦੇ ਬਦਲ ਨਹੀਂ ਸਕਦੇ। ਦੁਨੀਆ ਦੀ ਕੋਈ ਤਾਕਤ ਜਿਹੜੀ ਉਸ ਚੀਜ਼ ਨੂੰ ਚੇਂਜ ਨਹੀਂ ਕਰ ਸਕਦੀ, ਉਸ 'ਚ ਬਦਲਾਵ ਜਿਹੜਾ ਉਹ ਨਹੀਂ ਲਿਆ ਸਕਦੀ। ਜਿਸ ਤਰ੍ਹਾਂ ਮੈਂ ਬੇਨਤੀ ਕੀਤੀ, ਚਾਹੇ ਉਹ ਪ੍ਰੀਸਟ ਦੀ ਆਪਾਂ ਗੱਲ ਕਰ ਲਈਏ, ਗ੍ਰੰਥੀ ਦੀ ਆਪਾਂ ਗੱਲ ਕਰ ਲਈਏ, ਜਾਂ ਕਿਸੇ ਹੋਰ ਦੀ ਕੀਤੀ ਹੋਈ ਅਰਦਾਸ ਜਿਹੜੀ ਆ ਨਾ, ਉਸ ਦੇ ਵਿੱਚ ਤਬਦੀਲੀ ਜਿਹੜੀ ਉਹ ਨਹੀਂ ਲਿਆ ਸਕਦੀ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੀ ਫਰਮਾਇਆ? ਕਹਿੰਦੇ ਪਾਪ ਕਰਿੰਦੜ ਸਰ ਪਰ ਮੁੱਠੇ। ਸਰ ਪਰ ਤੋਂ ਭਾਵ ਹਰ ਹਾਲਤ ਦੇ ਵਿੱਚ 100% ਜਿਸ ਨੂੰ ਆਪਾਂ ਪਲੱਸ ਕਹਿ ਲਈਏ ਨਾ, ਉਸ ਚੀਜ਼ ਦੀ ਗੱਲ ਕਰ ਰਹੇ। ਸਰ ਪਰ ਮੁੱਠੇ, ਮੁੱਠੇ ਤੋਂ ਭਾਵ ਲੁੱਟੇ ਜਾਣਗੇ। ਅਜਰਾਇਲ, ਅਜਰਾਇਲ ਆਪਾਂ ਨੂੰ ਪਤਾ ਮੁਸਲਮਾਨ ਭਰਾਵਾਂ ਦੇ ਧਾਰਮਿਕ ਗ੍ਰੰਥ ਦੇ ਅੰਦਰ ਉਹ ਫਰਿਸ਼ਤਾ ਜਿਹੜਾ ਮੌਤ ਦਾ ਸੰਦੇਸ਼ਾ ਲੈ ਕੇ ਆਉਂਦਾ, ਉਹ ਤਾਕਤ ਜਿਹੜੀ ਮੌਤ ਦੇ ਸਮੇਂ ਆਵੇਗੀ। ਮੁਸਲਮਾਨ ਭਰਾਵਾਂ ਦੇ ਧਾਰਮਿਕ ਗ੍ਰੰਥਾਂ ਦੇ ਅੰਦਰ ਉਸ ਫਰਿਸ਼ਤੇ ਦਾ ਨਾਮ ਅਜਰਾਇਲ ਆ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਚੀਜ਼ ਨੂੰ ਉੱਥੋਂ ਲੈ ਕੇ ਆਂਦਾ। ਕਹਿੰਦੇ ਅਜਰਾਇਲ ਫੜੇ ਫੜ ਕੁੱਠੇ। ਕੁੱਠੇ ਤੋਂ ਭਾਵ ਕੋਹਣਾ, ਜਿਸ ਤਰ੍ਹਾਂ ਆਪਾਂ ਕਿਸੇ ਜਾਨਵਰ ਨੂੰ ਮਾਰਦੇ ਆ ਨਾ ਹੌਲੀ ਹੌਲੀ, ਤੇ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਸ ਚੀਜ਼ ਦੀ ਗੱਲ ਕਰ ਰਹੇ। ਕਹਿੰਦੇ ਅਜਰਾਇਲ ਫੜੇ ਫੜ ਕੁੱਠੇ, ਕਹਿੰਦੇ ਦੋਜਖ ਪਾਏ ਸਿਰਜਣਹਾਰੇ, ਕਹਿੰਦੇ ਨਰਕਾਂ ਦੇ ਵਿੱਚ ਸੁੱਟਿਆ ਜਾਵੇਗਾ, ਲੇਖਾ ਮੰਗੇ ਬਾਣੀਆਂ। ਕਹਿੰਦੇ ਬਾਣੀਆਂ ਤੋਂ ਭਾਵ ਇੱਥੇ ਧਰਮਰਾਜ, ਕਹਿੰਦੇ ਅਖੀਰਲਾ ਸਮਾਂ ਆਏਗਾ ਤੇ ਫਿਰ ਬਈ ਜਿਹੜਾ ਧਰਮਰਾਜ ਆ ਨਾ, ਕਹਿੰਦੇ ਉਹ ਇਸ ਇਨਸਾਨ ਦੇ ਪਾਸੋਂ ਜਿਹੜਾ ਉਹ ਹਿਸਾਬ ਕਿਤਾਬ ਜਿਹੜਾ ਉਹ ਮੰਗੇਗਾ। ਕਈ ਵਾਰੀ ਆਪਾਂ ਵੀ ਇਹੋ ਜੀ ਗੱਲ ਜਿਹੜੀ ਜੀ ਉਹ ਕਰ ਜਾਂਦੇ, ਆਪਾਂ ਨੂੰ ਪਤਾ ਅਖੀਰਲੇ ਸਮੇਂ ਦੇ ਵਿੱਚ ਇੱਕ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ 205 ਪੇਜ ਦੇ ਉੱਪਰ ਉਹ ਅੰਕਿਤ ਕੀਤਾ। ਲੇਕਿਨ ਆਪਾਂ ਵਿਚਾਰ ਕਰਾਂਗੇ, ਗੱਲਾਂ ਨਾਲ ਇਹ ਗੱਲ ਜਿਹੜੀ ਉਹ ਨਹੀਂ ਬਣ ਸਕਦੀ। ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ ਕਿ ਜਿਹੜੇ ਅਸੂਲ ਆ ਉਹਨਾਂ ਨੂੰ ਆਪਾਂ ਆਪਣੀ ਮਰਜ਼ੀ ਅਨੁਸਾਰ ਚੇਂਜ ਜਿਹੜਾ ਉਹ ਨਹੀਂ ਕਰ ਸਕਦੇ। ਆਪਾਂ ਕੀ ਸੁਣਦੇ? ਕਹਿੰਦੇ ਕਰੋ ਬੇਨਤੀ ਸੁਣ ਮੇਰੇ ਮੀਤਾ, ਸੰਤ ਟਹਿ ਲੱਗੀ ਬਿਲ। ਅਖੀਰਲੇ ਸਮੇਂ ਦੇ ਵਿੱਚ ਗ੍ਰੰਥੀ ਸਾਹਿਬਾਨ ਅਰਦਾਸ ਕਰਦੇ, ਕਹਿੰਦੇ ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਨ ਸੁਹੇਲਾ। ਸਾਰੀ ਜ਼ਿੰਦਗੀ ਜਿਹੜੀ ਆ ਸੰਤ ਦੀ ਜਿਹੜੀ ਇਸ ਇਨਸਾਨ ਨੇ ਨਿੰਦਿਆ ਕੀਤੀ, ਲੇਕਿਨ ਅਖੀਰਲੇ ਸਮੇਂ ਤੇ ਗ੍ਰੰਥੀ ਸਾਹਿਬਾਨ ਨੇ ਕੀ ਆਖਿਆ? ਕਹਿੰਦੇ ਅੰਤਰਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਕਹਿੰਦੇ ਨਾਨਕ ਦਾਸ ਇਹੀ ਸੁਖ ਮੰਗੇ, ਮੋਹ ਕੋ ਕਰ ਸੰਤਨ ਕੀ ਤੂੰ। ਕਹਿੰਦੇ ਨਾਨਕ ਦਾਸ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਿਆਨ ਕੀਤਾ, ਕਹਿੰਦੇ ਹੋਰ ਕੋਈ ਚੀਜ਼ ਨਹੀਂ ਚਾਹੀਦੀ, ਕਹਿੰਦੇ ਇਹੀ ਚੀਜ਼ ਚਾਹੀਦੀ ਕਿ ਬਈ ਉਸ ਨੂੰ ਸੰਤਾਂ ਦੀ ਕਹਿੰਦੇ ਜੀ ਜਿਹੜੀ ਉਹ ਟੂਰ ਬਣਾ ਦੇ। ਇਸ ਕਰਕੇ ਆਪਾਂ ਵਿਚਾਰ ਕਰ ਰਹੇ ਬਾਣੀ ਦੇ ਆਸ਼ੇ ਦੇ ਅਨੁਸਾਰ
ਕਿ ਮਹਾਤਮਾ ਆਪਾਂ ਨੂੰ ਇਸ ਸੰਸਾਰ ਦੇ ਅੰਦਰ ਆ ਕੇ ਇਹੋ ਜਿਹੇ ਕਰਮ ਜਿਹੜੇ ਉਹ ਕਰਨ ਦੇ ਪ੍ਰਤੀ ਜਿਹੜਾ ਜੀ ਉਹ ਇਸ਼ਾਰਾ ਕਰ। ਮਹਾਤਮਾ ਇਸ ਤਰ੍ਹਾਂ ਕਿਉਂ ਕਰਦੇ? ਕਿਉਂਕਿ ਇਹ ਜਿਹੜਾ ਸੰਸਾਰ ਆ ਨਾ, ਮਹਾਤਮਾ ਨੇ ਇਸ ਨੂੰ ਕਰਮਾ ਸੰਦੜਾ ਖੇਤ ਕਹਿ ਕੇ ਬਿਆਨ ਕੀਤਾ। ਇਨਸਾਨ ਦਾ ਜਾਮਾ ਜਿਹੜਾ, ਕਿਉਂਕਿ ਆਪਾਂ ਨੂੰ ਪਤਾ ਕਿ ਉਸ ਮਾਲਕ ਨੇ ਉਸ ਮਾਲਕ ਦੀ ਬੰਦਗੀ ਕਰਨ ਵਾਸਤੇ ਇਸ ਇਨਸਾਨ ਨੂੰ ਮਿਲਿਆ, ਜਿਸ ਨੂੰ ਆਪਾਂ ਕਰਮ ਜੂਨੀ ਇਸੇ ਕਰਕੇ ਕਹਿੰਦੇ ਕਿ ਵੀ ਇਨਸਾਨ ਦੇ ਜਾਮਿਆਂ, ਜਿਸ ਤਰ੍ਹਾਂ ਬਾਕੀ ਜੁਨੀਆਂ ਉਹਨਾਂ ਨੂੰ ਭੋਗ ਜੁਨੀਆਂ ਆਖਿਆ ਜਾਂਦਾ, ਉਹ ਜਿੱਥੇ ਖੜੀਆਂ ਨਾ ਉਸ ਤੋਂ ਥੱਲੇ ਨਹੀਂ ਜਾਣਗੀਆਂ। ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ 3 ਤੱਤ ਦੇ ਜੀਵ ਕਹਿ ਲਓ, 2 ਤੱਤ ਦੇ ਜੀਵ ਕਹਿ ਲਓ, ਆਪਣੇ ਸਮੇਂ ਦੇ ਅਨੁਸਾਰ ਉਹ ਆਪਣੀ ਜੂਨ ਭੋਗ ਕੇ ਕਹਿੰਦੇ ਜੀ ਉਹ ਉੱਪਰ ਨੂੰ ਜਾ ਸਕਦੇ। ਲੇਕਿਨ ਇਨਸਾਨ ਜਿਹੜਾ, ਇਸ ਕਰਕੇ ਬਾਣੀ ਦੇ ਅੰਦਰ ਇਸ ਚੀਜ਼ ਬਾਰੇ ਹਦਾਇਤ ਮਿਲਦੀ, ਇਸ ਚੀਜ਼ ਬਾਰੇ ਇਹ ਚੀਜ਼ ਦੱਸੀ ਜਾਂਦੀ ਕਿ ਬਈ ਇਹ ਭੋਗ ਜੋਨੀ ਦੇ ਨਾਲ ਕਹਿੰਦੇ ਕਰਮ ਜੋਨੀ ਵੀ ਹੈ। ਮਹਾਤਮਾ ਦੇ ਦੱਸਣ ਦੇ ਅਨੁਸਾਰ ਜੇਕਰ ਇਸ ਇਨਸਾਨ ਨੇ ਬਈ ਮਨੁੱਖ ਜੂਨੀ ਵਿੱਚ ਆ ਕੇ ਜਾਨਵਰਾਂ ਤੋਂ ਘਟੀਆ ਕੰਮ, ਜਿਹੜੇ ਜਾਨਵਰ ਕਰਦੇ ਉਹਨਾਂ ਤੋਂ ਵੀ ਘਟੀਆ ਕੰਮ ਕੀਤੇ, ਤੇ ਫਿਰ ਇਹ ਇਨਸਾਨ ਜਿਹੜਾ ਕਹਿੰਦੇ ਮਨੁੱਖ ਜੂਨ ਤੋਂ ਜਿਹੜਾ ਉਹ ਥੱਲੇ ਆ ਸਕਦਾ। ਸੌਖੇ ਲਫ਼ਜ਼ਾਂ ਵਿੱਚ ਆਪਾਂ ਕੀ ਆਖ ਸਕਦੇ ਕਿ ਇੱਕ ਇਨਸਾਨ ਜਿਹੜਾ ਇਹੋ ਜਿਹੇ ਆਪਾਂ ਕਹਿ ਲਈਏ ਕਿ ਰਾਉਂਡ ਬੋਰਡ ਦੇ ਉੱਪਰ ਖੜਾ, ਜਿੱਥੇ ਇਸ ਦੀ ਆਪਣੀ ਚੋਇਸ ਆ, ਇਹ ਇਨਸਾਨ ਅੱਗੇ ਜਾ ਸਕਦਾ, ਪਿੱਛੇ ਵੀ ਆ ਸਕਦਾ, ਸੱਜੇ ਵੀ ਜਾ ਸਕਦਾ ਔਰ ਖੱਬੇ ਵੀ ਜਿਹੜਾ ਉਹ ਜਾ ਸਕਦਾ। ਲੇਕਿਨ ਉਸ ਚੀਜ਼ ਨੂੰ ਚੁਣਨਾ ਕਹਿ ਲਓ, ਉਸ ਚੀਜ਼ ਦੇ ਪ੍ਰਤੀ ਜਿਹੜਾ ਵਿਚਾਰ ਕਰਨੀ ਕਹਿ ਲਓ, ਬਾਣੀ ਸਿਰਫ ਆਪਾਂ ਨੂੰ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਇਸ਼ਾਰਾ ਦੇਵੇਗੀ ਕਿ ਮਹਾਤਮਾ ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਜਿਹੜਾ ਉਹ ਇਸ਼ਾਰਾ ਕਰ। ਹਰੇਕ ਧਰਮ ਦੇ ਅੰਦਰ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਜੀ ਨੇਕੀ ਦੀ ਗੱਲ, ਦੂਸਰੀ ਚੀਜ਼ ਆਪਾਂ ਕਰ ਲਈਏ ਕਿ ਹਰੇਕ ਧਰਮ ਦੇ ਅੰਦਰ ਉਸ ਸੱਚ ਨੂੰ ਜਾਣਨ ਦੀ ਗੱਲ ਜਿਹੜੀ ਉਸ ਦੇ ਪ੍ਰਤੀ ਜਿਹੜਾ ਉਹ ਆਪਾਂ ਨੂੰ ਇਸ਼ਾਰਾ ਮਿਲਦਾ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਸ਼ੁਰੂ ਵਿੱਚ ਜਿਹੜਾ ਮੂਲ ਮੰਤਰ, ਉਸ ਦੇ ਅੰਦਰ ਉਹਨਾਂ ਨੇ ਉਸ ਸੱਚ ਦੀ ਗੱਲ ਕੀਤੀ ਕਿ ਜਿਹੜੀ ਇਸ ਇਨਸਾਨ ਸਤ ਚਿਤ ਆਨੰਦ ਰੂਪ ਆਤਮਾ ਦੀ ਗੱਲ ਕੀਤੀ ਕਿ ਜਿਹੜੀ ਇਸ ਇਨਸਾਨ ਦੀ ਆਤਮਾ ਨਾ, ਇਹ ਉਸ ਸੱਚ ਦੀ ਜਿਹੜੀ ਇਹ ਅੰਸ਼। ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ, ਕਬੀਰ ਆਤਮ ਅੰਸ਼ ਰਾਮ ਕੀ, ਕਹਿੰਦੇ ਜਿਹੜੀ ਆਤਮਾ ਇਹ ਉਸ ਰਮੀ ਹੋਈ ਤਾਕਤ, ਉਸ ਨੂੰ ਸੱਚ ਕਹਿ ਲਓ, ਇਹ ਕਹਿੰਦੇ ਜੀ ਇਹ ਉਸ ਦੀ ਜਿਹੜੀ ਇਹ ਅੰਸ਼। ਸ਼ੇਖ ਫਰੀਦ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਉਸ ਸੱਚ ਭਾਵ ਉਸ ਪਰਮਾਤਮਾ ਦੀ ਜਿਹੜੀ ਉਹ ਗੱਲ ਕੀਤੀ। ਆਪਾਂ ਨੇਕੀ ਦੀ ਗੱਲ ਕਰ ਰਹੇ, ਉਸ ਸੱਚ ਨੂੰ ਜਾਣਨ ਦੀ ਗੱਲ ਕਰ ਰਹੇ। ਕੀ ਫਰਮਾਇਆ ਸ਼ੇਖ ਫਰੀਦ ਜੀ ਨੇ? ਕਹਿੰਦੇ ਪਰਵਤਗਾਰ ਭਾਵ ਪਾਲਣ ਵਾਲਾ, ਅਪਾਰ ਇੱਕ ਪਾਰ ਹੋ ਗਿਆ ਨਾ, ਜਿਸ ਤਰ੍ਹਾਂ ਆਪਾਂ ਦਰਿਆ ਨੂੰ ਦੂਜਾ ਹਿੱਸਾ ਆਪਾਂ ਕਹਿ ਲਈਏ ਜੀ ਕਿ ਉਹ ਪਾਰ, ਲੇਕਿਨ ਸ਼ੇਖ ਫਰੀਦ ਜੀ ਨੇ ਅਪਾਰ ਲਫ਼ਜ਼ ਵਰਤਿਆ ਕਿ ਉਹ ਮਾਲਕ ਜਿਹੜਾ ਅੱਜ ਤੱਕ ਕੋਈ ਉਸ ਤੱਕ ਨਹੀਂ ਪਹੁੰਚਿਆ, ਭਾਵ ਕਿਸੇ ਨੂੰ ਨਹੀਂ ਪਤਾ ਕਿ ਉਹ ਪਰਮਾਤਮਾ ਜਿਹੜਾ ਉਹ ਕਿਸ ਤਰ੍ਹਾਂ ਦਾ। ਇਸ ਕਰਕੇ ਉਹਨਾਂ ਨੇ ਅਪਾਰ ਲਿਖਿਆ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਅਪਾਰ ਸਮੁੰਦਰ ਦੀ ਗੱਲ ਜਿਹੜੀ ਉਹ ਕੀਤੀ। ਸ਼ੇਖ ਫਰੀਦ ਜੀ ਉਸ ਚੀਜ਼ ਬਾਰੇ ਬਿਆਨ ਕਰ ਰਹੇ, ਕਹਿੰਦੇ ਪਰਵਤਗਾਰ ਅਪਾਰ ਅਗੰਮ ਬੇਅੰਤ ਤੋਂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ। ਕਹਿੰਦੇ ਜਿਨ੍ਹਾਂ ਨੇ ਉਸ ਸੱਚ ਨੂੰ ਪਹਿਚਾਣ ਲਿਆ, ਜਿਨ੍ਹਾਂ ਨੇ ਉਸ ਸੱਚ ਦੇ ਨਾਲ ਮਿਲਾਪ ਕਰ ਲਿਆ, ਭਾਵ ਉਸ ਮਾਲਕ ਨੂੰ ਜਾਣ ਲਿਆ, ਉਸ ਦਾ ਰੂਪ ਹੋ ਗਏ, ਕਹਿੰਦੇ ਮੈਂ ਉਹਨਾਂ ਦੇ ਪੈਰ ਜਿਹੜੇ ਪੁੱਛਾਂ। ਮਹਾਤਮਾ ਦੀ ਨਿਮਰਤਾ ਦੇਖੋ, ਉਹਨਾਂ ਦੇ ਗੁਣ ਦੇਖੋ। ਸਤਿਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ, ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕੁੱਲ ਮਾਲਕ ਅਕਾਲ ਪੁਰਖ ਹੁੰਦੇ ਹੋਏ ਕਹਿੰਦੇ ਵੀ ਕਹਿੰਦੇ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਹੋਰ ਜਗ੍ਹਾ ਤੇ ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਕਹਿੰਦੇ ਜਿਸ ਤਰ੍ਹਾਂ ਸੋਨੇ ਅਤੇ ਸੋਨੇ ਦੀਆਂ ਵਸਤੂਆਂ ਦੇ ਵਿੱਚ ਕੋਈ ਵੀ ਭਿੰਨ ਔਰ ਭੇਦ ਨਹੀਂ, ਇਸੇ ਤਰ੍ਹਾਂ ਕਹਿੰਦੇ ਉਸ ਸੱਚ ਦੇ ਵਿੱਚ ਸਮਾਏ ਹੋਏ, ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋਏ ਜਿਹੜੇ ਇਨਸਾਨ, ਜਿਨ੍ਹਾਂ ਨੂੰ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਵਿੱਚ ਸੰਤ ਆਖਿਆ,
ਕਹਿੰਦੇ ਉਹਨਾਂ ਦੇ ਵਿੱਚ ਅਤੇ ਉਸ ਕੁੱਲ ਮਾਲਕ ਅਕਾਲ ਪੁਰਖ ਦੇ ਵਿੱਚ ਕਹਿੰਦੇ ਕੋਈ ਵੀ ਭਿੰਨ ਔਰ ਭੇਦ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ। ਤੀਸਰੀ ਚੀਜ਼ ਜਿਹੜੀ ਭੈਣ ਜੀ ਥੋੜਾ ਜਿਹਾ ਇਸ਼ਾਰਾ ਦੇਗਾ ਹੈ ਦਇਆ ਦੀ ਗੱਲ। ਕਹਿੰਦੇ ਇਹ ਹਰੇਕ ਧਰਮ ਦੇ ਵਿੱਚ ਸਾਂਝੇ ਅਸੂਲ ਕੰਮ ਕਰਦੇ, ਨੇਕੀ ਦੀ ਗੱਲ, ਸੱਚ ਨੂੰ ਜਾਣਨ ਦੀ ਗੱਲ, ਤੀਸਰੀ ਦਇਆ ਦੀ ਗੱਲ। ਗੁਰਬਾਣੀ ਇਸ਼ਾਰਾ ਕਰਦੀ ਕਿ ਜਿਸ ਤਰ੍ਹਾਂ ਕਿਤੇ ਕਿਤੇ ਮਹਾਤਮਾ ਦੀ ਜ਼ਿੰਦਗੀ 'ਚੋਂ ਇਹ ਗੱਲ ਮਿਲ ਜਾਂਦੀ ਜੀ ਕਿ ਜੇਕਰ ਇਨਸਾਨ ਦੇ ਅੰਦਰ ਦਇਆ ਨਹੀਂ ਆਈ, ਦਇਆ ਭਾਵ ਹਿਰਦੇ ਨਹੀਂ। ਸਤਿਗੁਰੂ ਰਵਿਦਾਸ ਜੀ ਨੇ ਇੱਕ ਜਗ੍ਹਾ ਤੇ ਲਿਖਿਆ, ਕਹਿੰਦੇ ਪਖੇ ਪਰਾਇਆ ਮਾਸ ਤੇ ਨਰ ਨਰਕ ਮੇ ਜਾਏਂਗੇ ਸਤ ਪਾਖੇ ਰਵਿਦਾਸ। ਕਹਿੰਦੇ ਮੈਂ ਸੱਚੀ ਗੱਲ ਕਹਿਣਾ, ਜੇਕਰ ਇਸ ਇਨਸਾਨ ਦੇ ਹਿਰਦੇ ਦੇ ਵਿੱਚ ਦਇਆ ਨਹੀਂ, ਭਾਵ ਜੀਵਾਂ ਨੂੰ ਕੱਟ ਕੱਟ ਕੇ ਖਾਣ ਦੀ ਗੱਲ ਜਿਹੜੀ ਸਤਿਗੁਰੂ ਰਵਿਦਾਸ ਜੀ ਦੱਸ ਰਹੇ, ਕਹਿੰਦੇ ਪੱਥਰ ਤੇ ਲਕੀਰ ਬਚ ਨਹੀਂ ਸਕੋਗੇ, ਦਇਆ ਭਾਵ ਹਿਰਦੇ ਨਹੀਂ, ਪਖੇ ਪਰਾਇਆ ਮਾਸ ਤੇ ਨਰ ਨਰਕ ਮੇ ਜਾਏਗੀ ਸਤ ਪਾਖੇ ਰਵਿਦਾਸ। ਚੌਥੀ ਚੀਜ਼ ਜਿਹੜੀ ਉਸ ਨੂੰ ਆਪਾਂ ਆਚਰਣ ਦੀ ਪਵਿੱਤਰਤਾ ਦੀ ਗੱਲ। ਜਿਸ ਤਰ੍ਹਾਂ ਅਕਸਰ ਆਪਾਂ ਸਤਸੰਗਾਂ ਦੇ ਵਿੱਚ ਇਸ ਚੀਜ਼ ਬਾਰੇ ਜਿਹੜੀ ਉਹ ਵਿਚਾਰ ਕਰ ਚੁੱਕੇ ਹਾਂ ਕਿ ਬਈ ਇਸ ਇਨਸਾਨ ਦੇ ਤਨ ਦੀ ਖੁਰਾਕ ਜਿਹੜੀ ਮੂੰਹ ਰਾਹੀਂ ਐਂਟਰ ਹੋਵੇਗੀ, ਇਸ ਕਰਕੇ ਆਚਰਣ ਦੀ ਪਵਿੱਤਰਤਾ ਦੀ ਗੱਲ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਇਸ ਦਾ ਜ਼ਿਕਰ ਕੀਤਾ। ਇਖਲਾਕ ਦੀ ਆਪਾਂ ਗੱਲ ਕਰ ਲਈਏ, ਵਿਚਾਰਧਾਰਾ ਦੀ ਆਪਾਂ ਗੱਲ ਕਰ ਲਈਏ ਕਿ ਜੇਕਰ ਵੀ ਇਸ ਇਨਸਾਨ ਦਾ ਜਿਹੜਾ ਮਨ ਆਨਾ ਉਹ ਹੀ ਗੰਦਾ ਕਹਿ ਲਈਏ, ਉਹ ਹੀ ਮੈਲਾ ਕਹਿ ਲਈਏ, ਤੇ ਫਿਰ ਇਹ ਇਨਸਾਨ ਜਿਹੜਾ ਉਸ ਮਾਲਕ ਨਾਲ ਨਹੀਂ ਮਿਲ ਸਕੇਗਾ। ਜਿਸ ਤਰ੍ਹਾਂ ਭੈਣ ਜੀ ਥੋੜਾ ਜਿਹਾ ਇਸ਼ਾਰਾ ਦੇ ਗਏ ਤੀਸਰੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਵਾਕ ਇਹਨਾਂ ਨੇ ਗੁਰਬਾਣੀ ਚੋਂ ਕੜੀ ਲਈ, ਕਹਿੰਦੇ ਮਨ ਮੈਲੇ ਸਭ ਕੁਛ ਮੈਲਾ। ਕਹਿੰਦੇ ਮਨ ਮੈਲਾ ਆਣਾ ਤੇ ਫਿਰ ਸਾਰਾ ਕੁਛ ਹੀ ਜਿਹੜਾ ਉਹ ਮੈਲਾ। ਕਹਿੰਦੇ ਤਨ ਧੋਤੇ ਮਨ ਅੱਛਾ ਨਾ ਹੋਏ। ਕਹਿੰਦੇ ਬਾਹਰਲਾ ਤਨ ਦੀ ਸਫਾਈ ਕਰਨ ਦੇ ਨਾਲ, ਕਹਿੰਦੇ ਧੋਣ ਦੇ ਨਾਲ ਮਨ ਜਿਹੜਾ ਉਹ ਅੱਛਾ ਨਹੀਂ ਹੋ ਸਕਦਾ। ਜੇਕਰ ਮਨ ਮੈਲਾ ਆਣਾ, ਮਹਾਤਮਾ ਦੀ ਬਾਣੀ ਆਪਾਂ ਨੂੰ ਮਨ ਨੂੰ ਪਵਿੱਤਰ ਕਰਨ ਦੇ ਪ੍ਰਤੀ ਜਿਹੜੀ ਉਹ ਇਸ਼ਾਰਾ ਦੇਵੇਗੀ। ਇਸ ਇਨਸਾਨ ਦਾ ਕੀਤਾ ਹੋਇਆ ਪਾਠ ਕਹਿ ਲਈਏ, ਇਸ ਇਨਸਾਨ ਦੀ ਕੀਤੀ ਹੋਈ ਕਥਾ ਕਹਿ ਲਈਏ, ਇਸ ਇਨਸਾਨ ਦੀ ਕੀਤਾ ਹੋਇਆ ਆਪਾਂ ਸੇਵਾ ਕਹਿ ਲਈਏ, ਜਿਹੜਾ ਵੀ ਕੰਮ ਇਹ ਇਨਸਾਨ ਕਰੇਗਾ, ਕਹਿੰਦੇ ਵੀ ਮਨ ਜੇਕਰ ਗੰਦਾ ਆ ਤੇ ਫਿਰ ਉਹ ਮੈਲਾ ਹੋ ਜਾਏਗਾ। ਬਾਹਰਲੀ ਚੀਜ਼ ਆਪਾਂ ਦੇਖ ਸਕਦੇ ਕਿ ਜੇਕਰ ਮੇਰੇ ਹੱਥ ਜਿਹੜੇ ਉਹ ਕਾਲਖ ਨਾਲ ਲੱਭੜੇ ਹੋਣ ਨਾ, ਤੇ ਮੈਂ ਜਿਹੜੀ ਚੀਜ਼ ਨੂੰ ਵੀ ਆ ਚਾਹੇ ਗਲਾਸ ਪਿਆ ਚਾਹੇ ਪੇਪਰ ਪਿਆ, ਜਿਹੜੀ ਚੀਜ਼ ਮੈਂ ਹੱਥ ਲਾਵਾਂਗਾ ਨਾ, ਫਿਰ ਉਹ ਚੀਜ਼ ਜਿਹੜੀ ਉਹ ਗੰਦੀ ਹੋ ਜਾਏਗੀ। ਤੇ ਗੰਦੀ ਹੋ ਜਾਏਗੀ ਤੇ ਫਿਰ ਕਿਉਂਕਿ ਪ੍ਰਮਾਤਮਾ ਜਿਹੜਾ ਉਹ ਪਿਓਰ ਔਰ ਪਵਿੱਤਰ ਆ, ਤੇ ਫਿਰ ਉਸ ਦੇ ਵਿੱਚ ਜਿਹੜੀ ਉਹ ਨਹੀਂ ਸਮਝ ਸਕੇਗੀ। ਇਸ ਕਰਕੇ ਮਹਾਤਮਾ ਨੇ ਆਚਰਣ ਦੀ ਪਵਿੱਤਰਤਾ ਦੇ ਉੱਪਰ ਬੜਾ ਜ਼ੋਰ ਦਿੱਤਾ। ਸਿੱਖ ਧਰਮ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਬਖਾਣੇ। ਕਹਿੰਦੇ ਇਹ ਇਨਸਾਨ ਇਹੋ ਜਿਹੀ ਅਵਸਥਾ ਜਿਹੜੀ ਉਹ ਬਣਾ ਲਾ। ਤੇ ਪੰਜਵੀਂ ਚੀਜ਼ ਜਿਹੜੀ ਉਹ ਭੈਣ ਜੀ ਜ਼ਿਕਰ ਕਰ ਗਏ, ਜਿਸ ਤਰ੍ਹਾਂ ਇਹਨਾਂ ਨੇ ਸੰਤ ਤੁਕਾਰ ਰਾਮ ਜੀ ਦੀ ਗੱਲ ਕੀਤੀ ਕਿ ਹੱਕ ਹਲਾਲ ਦੀ ਕਮਾਈ। ਪਰਮਾਰਥ ਦੇ ਅੰਦਰ ਜਿਹੜਾ ਇਸ ਦੇ ਪ੍ਰਤੀ ਜਿਹੜਾ ਉਹ ਕਾਫੀ ਵਿਚਾਰ ਜਿਹੜਾ ਕਹਿ ਲਈਏ ਆਪਾਂ ਨੂੰ ਮਿਲੇਗਾ ਕਿ ਬਈ ਜੇਕਰ ਆਪਾਂ ਉਸ ਮਾਲਕ ਨੂੰ ਮਿਲਣਾ ਚਾਹੁੰਦੇ, ਇਸ ਕਰਕੇ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਜਿਹੜਾ ਇਸ ਦੇ ਪ੍ਰਤੀ ਜਿਹੜਾ ਜੀ ਉਹ ਇਸ਼ਾਰਾ ਕੀਤਾ। ਮੈਂ ਥੋੜੀ ਜਿਹੀ ਬੇਨਤੀ ਕਰਾਂ, ਅਰਦਾਸ ਦਾ ਮਹੱਤਵ, ਅਰਦਾਸ ਦੀ ਵਿਸ਼ੇਸ਼ਤਾ ਕਦੋਂ ਕੀਤੀ ਜਾਂਦੀ। ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ, ਮਨ ਨੀਵਾਂ ਮਤ ਉੱਚੀ ਦੀ ਗੱਲ ਕਰ ਗਏ ਕਿ ਵੀ ਜੇਕਰ ਇਸ ਇਨਸਾਨ ਦਾ ਮਨ ਜਿਹੜਾ ਉਹ ਨੀਵਾਂ ਹੋਇਆ ਨਹੀਂ, ਇਸ ਇਨਸਾਨ ਦਾ ਮਨ ਜਿਹੜਾ ਉਹ ਚਿਕਣਾ ਸਿੱਖਿਆ ਨਹੀਂ, ਤੇ ਫਿਰ ਕਹਿੰਦੇ ਉਸ ਮਾਲਕ ਦੇ ਘਰ ਵਿੱਚ ਨਹੀਂ ਪਹੁੰਚ ਸਕੇਗਾ। ਅਰਦਾਸ ਦਾ ਮਕਸਦ ਕਹਿ ਲਓ, ਉਸ ਦਾ ਮੰਤਵ ਕਹਿ ਲਓ, ਇਸੇ ਚੀਜ਼ ਦੇ ਨਾਲ ਸੰਬੰਧਿਤ ਜਿਹੜਾ ਉਹ ਆਖਿਆ ਜਾ ਸਕਦਾ। ਜ਼ਿੰਦਗੀ ਦੀ ਉਦਾਹਰਨ ਬਣ ਕੇ ਮਹਾਤਮਾ ਨੇ ਸਾਡੇ ਸਾਹਮਣੇ ਪੇਸ਼ ਕੀਤੀ। ਸਤਿਗੁਰੂ ਰਵਿਦਾਸ ਜੀ ਦੀ ਬਾਣੀ ਚੋਂ ਆਪਾਂ ਇੱਕ ਪ੍ਰਮਾਣ ਲਵਾਂਗੇ। ਕੀ ਫਰਮਾਇਆ ਉਹਨਾਂ ਨੇ? ਕੁੱਲ ਮਾਲਕ ਅਕਾਲ ਪੁਰਖ ਦਾ ਸਾਕਾਰ ਰੂਪ ਹੁੰਦੇ ਹੋਏ ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਕਹਿੰਦੇ ਮਨ ਨੂੰ ਨੀਵਾਂ ਕਰਨ ਦੀ ਗੱਲ, ਕਹਿੰਦੇ ਤੁਮ ਚੰਦਨ ਹਮ ਅਰਿੰਡ ਵਾਪਰੇ। ਅਰਿੰਡ ਆਪਾਂ ਨੂੰ ਪਤਾ ਇੱਕ ਇਹੋ ਜਿਹਾ ਪੌਦਾ ਜਿਸ ਨੂੰ ਪਸ਼ੂ ਵੀ ਨਹੀਂ ਖਾਂਦੇ, ਇਹ ਉਸ ਦੀ ਗੱਲ ਕਰ ਰਿਹਾ ਹੈ। ਕੁੱਲ ਮਾਲਕ ਅਕਾਲ ਪੁਰਖ ਹੁੰਦੇ ਹੋਏ ਇਸ ਲੈਵਲ ਤੇ ਆ ਕੇ ਗੱਲ ਕਰ ਰਿਹਾ ਹੈ। ਕਹਿੰਦੇ ਤੁਮ ਚੰਦਨ, ਐ ਮਾਲਕ ਤੂੰ ਚੰਦਨਿਆ, ਹਮ ਅਰਿੰਡ ਵਾਪਰੇ ਸੰਗ ਤੁਮਹਾਰੇ ਪਾਸਾ। ਕਹਿੰਦੇ ਨੀਚ ਬਰਿਸ਼ਤੇ ਊਚ ਭਏ ਹੈ
ਤੁਮਰੀ ਬਾਸ ਸਵਾਸਾ। ਕਹਿੰਦੇ ਚੰਦਨ ਦੀ ਖੁਸ਼ਬੂ ਜਿਹੜੀ, ਕਹਿੰਦੇ ਜਿਸ ਤਰ੍ਹਾਂ ਦਰਖਤ ਜਿਹੜਾ ਉਸ ਦੇ ਲਾਗੇ ਉਸ ਦੇ ਵਿੱਚੋਂ ਆ ਜਾਂਦੀ, ਐ ਕੁੱਲ ਮਾਲਕ ਮੈਂ ਰਿੰਡ ਸੀ, ਲੇਕਿਨ ਤੇਰੀ ਸੰਗਤ ਕਰਕੇ ਜਿਹੜਾ ਕਹਿੰਦੇ ਮੈਂ ਵੀ ਉਸ ਕਹਿੰਦੇ ਚੰਦਨ ਦੇ ਦਰਖਤ ਦੀ ਤਰ੍ਹਾਂ ਜਿਹੜਾ ਉਹ ਬਣ ਗਿਆ। ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ ਇਸ ਅਰਦਾਸ ਦੇ ਸੰਬੰਧ ਵਿੱਚ, ਕਹਿੰਦੇ ਹਮ ਭੀਖਕ ਭਿਖਾਰੀ ਤੇਰੇ। ਦੇਖੋ ਮਹਾਤਮਾ ਦੀ ਗੱਲ ਆਪਾਂ ਨੂੰ ਕਿਸ ਲੈਵਲ ਤੇ ਲੈ ਕੇ ਆਉਣਾ ਚਾਹੁੰਦੇ। ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਫਰਮਾਇਆ, ਕਹਿੰਦੇ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ। ਕਹਿੰਦੇ ਮੰਗਤਾ, ਜਿਸ ਤਰ੍ਹਾਂ ਆਪਾਂ ਖੈਰ ਵਾਸਤੇ ਕੋਈ ਆਵੇ ਨਾ ਉਸ ਨੂੰ ਮੰਗਤਾ ਕਹਿੰਦੇ, ਤੇ ਚੌਥੇ ਪਾਤਸ਼ਾਹ ਕਹਿੰਦੇ ਐ ਮਾਲਕ ਮੈਂ ਤੇਰੇ ਘਰ ਦਾ ਜਿਹੜਾ ਉਹ ਮੰਗਤਾ। ਇਸ ਕਰਕੇ ਅਰਦਾਸ ਦੇ ਅੰਦਰ ਨਿਮਰਤਾ ਕਹਿ ਲਓ, ਆਜਜੀ ਕਹਿ ਲਓ, ਦੀਨਤਾ ਕਹਿ ਲਓ, ਗਰੀਬੀ ਕਹਿ ਲਓ, ਜੇਕਰ ਇਸ ਇਨਸਾਨ ਦੇ ਹਿਰਦੇ ਵਿੱਚ ਨਹੀਂ ਵਸੇਗੀ ਨਾ ਤੇ ਫਿਰ ਇਹ ਇਨਸਾਨ ਉਸ ਮਾਲਕ ਦੇ ਘਰ ਤੱਕ ਜਿਹੜਾ ਉਹ ਨਹੀਂ ਪਹੁੰਚ ਸਕਦਾ। ਗੁਰਮੁਖ ਪਿਆਰਿਓ, ਆਪਾਂ ਸਾਰੇ ਹੀ ਦੁਨੀਆ ਦੇ ਲੋਕ ਉਸ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ। ਕੌਣ ਮਿਲਿਆ, ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ? ਮਾਲਕ ਦੇ ਪਿਆਰਿਆਂ ਨੇ ਮਨੁੱਖੀ ਜਾਮੇ ਦੀ ਮਹਾਨਤਾ ਦੀ ਗੱਲ ਆਪਣੀ ਬਾਣੀ ਅੰਦਰ ਵਰਣਨ ਕੀਤੀ। ਬਾਣੀ ਦੀ ਸਿੱਖਿਆ ਦੇ ਅਨੁਸਾਰ ਆਪਾਂ ਨੂੰ ਇਹ ਮਨੁੱਖਾ ਜਨਮ ਬੜੀ ਲੰਬੀ ਯਾਤਰਾ ਤੋਂ ਬਾਅਦ ਮਿਲਿਆ। ਸਵਾਲ ਪੈਦਾ ਹੁੰਦਾ, ਕਿਸ ਮਕਸਦ ਵਾਸਤੇ ਮਿਲਿਆ? ਆਪਾਂ ਆਖ ਸਕਦੇ ਹਾਂ ਕਿ ਉਸ ਮਾਲਕ ਦੀ ਬੰਦਗੀ ਕਰਕੇ, ਉਸ ਮਾਲਕ ਨਾਲ ਮਿਲਣ ਵਾਸਤੇ ਮਿਲਿਆ। ਮੈਂ ਬੇਨਤੀ ਕਰਾਂ, ਬੱਚਿਆਂ ਦੀ ਪਰਵਰਿਸ਼ ਕਿਸ ਤਰ੍ਹਾਂ ਹੋ ਸਕਦੀ, ਇਹ ਪੰਛੀਆਂ ਨੂੰ ਵੀ ਪਤਾ, ਚੁਪਾਏ ਜਾਨਵਰਾਂ ਨੂੰ ਵੀ ਪਤਾ। ਕਿਸੇ ਸਕੂਲ ਜਾਂ ਕਾਲਜਾਂ ਵਿੱਚੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਨਹੀਂ ਕੀਤੀ। ਮਾਲਕ ਨੇ ਇਹ ਗਿਆਨ ਉਹਨਾਂ ਦੇ ਅੰਦਰ ਪਾ ਦਿੱਤਾ। ਆਪਾਂ ਦੇਖਿਆ ਹੋਵੇਗਾ ਕਿ ਕਈ ਪੰਛੀ ਇਸ ਤਰ੍ਹਾਂ ਦੇ ਆਲ ਨੇ ਆਪਣੀ ਚੁੰਝ ਨਾਲ ਬਣਾ ਲੈਂਦੇ ਹਨ ਕਿ ਇਨਸਾਨ ਆਪਣੇ ਹੱਥਾਂ ਨਾਲ ਵੀ ਉਸ ਤਰ੍ਹਾਂ ਦੇ ਨਹੀਂ ਬਣਾ ਸਕਦਾ। ਭਾਈ ਸਾਹਿਬ ਜੀ, ਭਾਈ ਉਮਰ ਕਲਿਆਣ ਜੀ ਨੇ ਆਪਣੇ ਸ਼ਬਦ ਵਿੱਚ ਜਨਮ ਜਨਮ ਮੈਂ ਧੱਕੇ ਖਾਣ ਦੀ ਗੱਲ ਆਖੀ। ਆਪ 84 ਲੱਖ ਜੂਨੀਆਂ ਵਿੱਚ ਭਟਕਣ ਦੀ ਗੱਲ ਕੀਤੀ। ਉਹਨਾਂ ਦੇ ਸ਼ਬਦ ਅਨੁਸਾਰ ਹੁਣ ਮਨੁੱਖ ਜਨਮ ਮਿਲਿਆ ਅਤੇ 84 ਦੇ ਇਸ ਚੱਕਰ ਨੂੰ ਤੋੜਨ ਦਾ ਵਰਣਨ ਉਹਨਾਂ ਨੇ ਕੀਤਾ। ਆਪ 84 ਲੱਖ ਚੱਕਰ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਕਿ ਗੁਰਬਾਣੀ ਦੇ ਅੰਦਰ ਇਹੋ ਜਿਹੇ ਪ੍ਰਮਾਣ ਜਿਹੜੇ ਉਹ ਇਸ ਇਨਸਾਨ ਨੂੰ ਮਿਲ ਜਾਂਦੇ ਕਿ ਵੀ ਇਨਸਾਨ ਦਾ ਜਾਮਾ ਜਿਹੜਾ 84 ਲੱਖ ਜੂਨਾਂ ਤੋਂ ਬਾਅਦ ਇਸ ਇਨਸਾਨ ਨੂੰ ਜਿਹੜਾ ਉਹ ਮਿਲਿਆ। ਕਿਸ ਵਾਸਤੇ ਮਿਲਿਆ? ਉਸ ਪਰਮਾਤਮਾ ਦੀ ਆਪਾਂ ਬੰਦਗੀ ਕਹਿ ਲਈਏ, ਉਸ ਪਰਮਾਤਮਾ ਦੀ ਜਿਹੜੀ ਆਪਾਂ ਭਗਤੀ ਕਹਿ ਲਈਏ। ਗੁਰਬਾਣੀ ਅੰਦਰ ਕੀ ਇਸ਼ਾਰਾ ਆਇਆ? ਕਹਿੰਦੇ ਫੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰ ਨਾਇ ਜਿਓ। ਦੂਰੋਂ ਚੱਲ ਕੇ ਆਉਣ ਤੋਂ ਭਾਵ ਇਹ ਨਹੀਂ ਕਿ ਕੋਈ 500 ਮੀਲ ਤੋਂ ਜਾਂ 600 ਮੀਲ ਤੋਂ ਆਇਆ, ਨਹੀਂ। ਇੱਥੇ ਉਹਨਾਂ ਜੁਨੀਆਂ ਦੀ ਗੱਲ ਕਰਦੇ ਕਿ ਵੀ ਇਨਸਾਨ ਸਮੇਂ ਦੇ ਅਨੁਸਾਰ ਵੱਖਰੀਆਂ ਵੱਖਰੀਆਂ ਜਿਹੜੀਆਂ ਜੂਨਾਂ ਉਹਨਾਂ ਦੇ ਵਿੱਚੋਂ ਇਸ ਸੰਸਾਰ ਦੇ ਅੰਦਰ ਆਇਆ। ਗੁਰਬਾਣੀ ਅੰਦਰ ਇਸ਼ਾਰਾ ਮਿਲੇਗਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਇਸ 84 ਲੱਖ ਜੂਨਾਂ ਦੀ ਜਿਹੜੀ ਉਹ ਗੱਲ ਕੀਤੀ ਤੇ ਗੁਰੂ ਸਾਹਿਬਾਨ ਨੇ ਵੀ ਆਖਿਆ, ਕਹਿੰਦੇ 184 ਜੋਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਾ ਚੁਕੇ ਸੋ ਆਏ ਜਾਏ ਦੁੱਖ ਪਾਏ। ਮਕਸਦ ਇਨਸਾਨ ਨੂੰ ਇਸ ਚੀਜ਼ ਬਾਰੇ ਦੱਸਣਾ ਕਿ ਵੀ ਇਹ ਇਨਸਾਨ ਕਹਿੰਦੇ ਉਸ ਮਾਲਕ ਦੀ ਬੰਦਗੀ ਕਰਨ ਦੀ ਗੱਲ, ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ, ਕਹਿੰਦੇ ਜਿਉ ਮਨੁੱਖ ਆਤਮ ਵਿਚਾਰ ਤੋਂ ਰਹਿਤਿਆ, ਕਹਿੰਦੇ ਉਹਨਾਂ ਦਾ ਜੀਣਾ ਵਿਅਰਥ। ਜੇਕਰ ਇੱਕ ਸਾਹ ਵੀ ਆਤਮ ਵਿਚਾਰ ਤੋਂ ਰਹਿਤ ਹੁੰਦੀ ਤੇ ਫਿਰ ਉਹ ਵਿਅਰਥ ਜਾਂਦੀ ਤੇ ਇੱਕ ਸਾਹ ਦੇ ਬਰਾਬਰ ਸਾਰੀ ਪ੍ਰਿਥਵੀ ਦਾ ਧਨ ਜਿਹੜਾ ਉਹ ਤੁਛ। ਮਹਾਤਮਾ ਆਪਾਂ ਨੂੰ ਬਾਣੀ ਦੇ ਆਸ਼ੇ ਦੇ ਅਨੁਸਾਰ ਇਸ ਚੀਜ਼ ਨੂੰ ਦੱਸਣ ਵਾਸਤੇ ਆਉਂਦੇ
84 ਲੱਖ ਜੂਨਾਂ ਤੋਂ ਬਾਅਦ ਮਨੁੱਖ ਜਨਮ ਆਪਾਂ ਨੂੰ ਪ੍ਰਾਪਤ ਹੋਇਆ। ਹਾਂਜੀ। ਗੁਰਮੁਖ ਪਿਆਰਿਓ, ਕਿਸੇ ਵੀ ਚੀਜ਼ ਦੀ ਮਹਾਨਤਾ ਉਸ ਦੀ ਸਮਝ ਉੱਪਰ ਖੜੀ ਹੈ। ਜੇਕਰ ਮਹਾਤਮਾ ਦੀ ਬਾਣੀ ਆਪਣੀ ਸਮਝ ਵਿੱਚ ਨਹੀਂ ਪਈ ਤਾਂ ਫਿਰ ਆਪਾਂ ਇਸ ਤੋਂ ਪੂਰਾ ਫਾਇਦਾ ਨਹੀਂ ਉਠਾ ਸਕਦੇ। ਗੁਰੂ ਘਰ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਫਰਮਾਇਆ, ਚੌਣੇ ਸੋਏ ਨਾ ਪਾਈਏ, ਚੁਗ ਚੁਗ ਖਾਵੇ ਕਾਸ। ਪਸ਼ੂ ਜਗਤ ਦੇ ਅੰਦਰ ਸੋਨੇ ਦੀ ਕੋਈ ਮਹਾਨਤਾ ਨਹੀਂ। ਜੇਕਰ ਆਪਾਂ ਚੌਪਾਏ ਜਾਨਵਰਾਂ ਜਿਸ ਤਰ੍ਹਾਂ ਮੱਝਾਂ, ਗਾਈਆਂ, ਊਠ ਜਾਂ ਬੈਲ ਦੀ ਗੱਲ ਕਰ ਲਈਏ, ਉਹਨਾਂ ਦੇ ਖਾਣੇ ਵਿੱਚ ਸੋਨੇ ਦੀਆਂ ਮੋਹਰਾਂ ਰੱਖ ਦਈਏ ਤਾਂ ਉਹ ਆਪਣੀ ਖੁਰਲੀ ਵਿੱਚੋਂ ਸਿਰਫ ਪੱਠੇ ਹੀ ਖਾਣਗੇ। ਸੋਨੇ ਦੀਆਂ ਮੋਹਰਾਂ ਨੂੰ ਆਪਣੇ ਮੂੰਹ ਨਾਲ ਪਾਸੇ ਕਰ ਦੇਣਗੇ। ਇਸ ਤਰ੍ਹਾਂ ਕਿਉਂ? ਇਹ ਇਸ ਕਰਕੇ ਕਿ ਪਸ਼ੂ ਜਗਤ ਵਿੱਚ ਸੋਨੇ ਦੀ ਕੋਈ ਵੀ ਕੀਮਤ ਨਹੀਂ ਆਖੀ ਜਾ ਸਕਦੀ। ਆਪਾਂ ਨੂੰ ਪਤਾ ਹੈ ਕਿ ਕੋਹੇ ਨੂਰ ਹੀਰਾ ਜਿਸ ਨੂੰ ਕੱਟ ਕੇ ਇੱਥੋਂ ਦੀ ਰਾਣੀ ਦੇ ਤਾਜ ਵਿੱਚ ਜੜਿਆ ਹੋਇਆ ਹੈ। ਆਂਧਰਾ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚੋਂ ਇੱਕ ਆਜੜੀ ਨੂੰ ਮਿਲਿਆ ਤੇ ਇੱਕ ਸੁਦਾਗਰ ਨੇ ਉਸ ਦੇ ਪਾਸੋਂ ਲੈ ਲਿਆ, ਪਰ ਉਸ ਦੀ ਕੀਮਤ ਉਸ ਸਮੇਂ ਪਈ ਜਦ ਉਹ ਜਵਾਰੀ ਪਾਸ ਗਿਆ। ਆਪਾਂ ਵੀ ਬਾਣੀ ਦੇ ਖੋਜੀ ਬਣਨਾ, ਬਾਣੀ ਕੀ ਉਪਦੇਸ਼ ਦਿੰਦੀ ਉਸ ਨੂੰ ਆਪਣੇ ਸਰੀਰ ਦਾ ਨਹੀਂ ਮਨ ਦਾ ਹਿੱਸਾ ਜਦੋਂ ਬਣਾ ਲਵਾਂਗੇ, ਜ਼ਿੰਦਗੀ ਵਿੱਚ ਜ਼ਰੂਰ ਤਬਦੀਲੀ ਆ ਜਾਵੇਗੀ। ਅੰਤ ਵਿੱਚ ਧੰਨਵਾਦੀ ਹਾਂ ਕਾਂਸ਼ੀ ਟੈਲੀਵਿਜ਼ਨ ਦੀ ਸਾਰੀ ਟੀਮ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਜੀ ਦੀਆਂ ਬਾਣੀ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਯਤਨਸ਼ੀਲ ਹਨ। ਭਗਵਾਨ ਵਾਲਮੀਕ ਜੀ ਦੇ ਜੈ ਗੁਰੂਦੇਵ, ਧੰਨ ਗੁਰੂਦੇਵ।